ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਨਾਸਨ ਸੋਇ। ਦੋਹਰਾ ਸ਼ਾਹ ਬਹਾਦਰ ਸੈਨ ਕੋ ਮੁਜਰਾ ਲੀਨ ਬੁਨਾਏ। ਬਖਸ਼ੀ ਬਖਸ਼ਿਸ਼ ਦਰਬ ਬਹੁ ਅਰ ਆਜੁਦ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧੂ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਸਹਿਬੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰਾਜਾਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਜੀ ਦੇ ਗੋਦ ਅੰਦਰ ਜੁੜ ਮਿਲ ਬੈਠ ਕੇ ਅਲਾਹੀ ਦਰਗਾਹੀ ਬਚਨਾਂ ਨੂੰ ਭਾਵਨਾ ਪੂਰਵਕ ਹਿਰਦੇ ਬੁਨਾ ਕਰਕੇ ਸਾਹਿਬ ਦੇ ਬਚਨਾਂ ਰੂਪ ਜੋ ਵਸਤੂ ਹੈ ਉਸ ਨੂੰ ਪਾਉਣ ਦਾ ਯਤਨ ਕਰ ਰਹੇ ਹਾਂ। ਦਿਆਲੂ ਕਿਰਪਾਲੂ ਸਤਿਗੁਰੂ ਜੀ ਸਾਡੇ ਤੇ ਤਰੁੱਠ ਕੇ ਸਾਨੂੰ ਸੰਸਾਰ ਵਿੱਚ ਵਿਚਰਨਾ ਤੇ ਆਪਣੀ ਮੰਜ਼ਿਲ ਵੱਲ ਨੂੰ ਵਧਦਿਆਂ ਹੋਇਆਂ ਸਫ਼ਰ ਨੂੰ ਤੈਅ ਕਰਨਾ ਸਿਖਾਉਂਦੇ ਨੇ। ਗਰੀਬ ਨਵਾਜ ਦਾਤਾਰ ਪ੍ਰਭੂ ਸਾਡੇ ਤੇ ਕਿਰਪਾ ਕਰਦਿਆਂ ਸਰਗੁਣਤਾ ਦੇ ਅੰਦਰ ਆ ਕੇ ਜਿੱਥੇ ਨਿਰਗੁਣਤਾ ਦੀ ਗੱਲ ਸਮਝਾਈ ਹੈ, ਜਿੱਥੇ ਨਿਰਗੁਣਤਾ ਦਾ ਮਾਰਗ ਦਿੱਤਾ ਹੈ, ਉੱਥੇ ਨਾਲ ਸਰਗੁਣਤਾ ਦੇ ਸਹਿਤ ਕੀ ਕਰਨਾ ਹੈ ਉਹ ਵੀ ਸਾਨੂੰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ। ਮਹਾਰਾਜ ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦਾ ਬੜੀ ਸ਼ਰਧਾ ਭਾਵਨਾ ਨਾਲ ਸਾਨੂੰ ਇਤਿਹਾਸ ਪੜ੍ਹਨ ਸੁਣਨੋਂ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜਿੱਥੇ ਕਿਰਪਾ ਹੋਵੇ ਉੱਥੇ ਇਹ ਵਿਚਾਰਾਂ ਮਿਲ ਜਾਇਆ ਕਰਦੀਆਂ ਨੇ। ਨਹੀਂ ਤੇ ਬਹੁਤ ਸਾਰੇ ਨਗਰ ਨੇ ਜਿਨ੍ਹਾਂ ਵਿੱਚ ਇਹ ਵਿਚਾਰ ਨਹੀਂ ਮਿਲਦੇ। ਕੋਈ ਵਿਚਾਰਕ ਆਵੇਗਾ, ਇੱਕ ਦੋ ਦਿਨ ਵਿਚਾਰ ਸੁਣਾਵੇਗਾ, ਲਗਾਤਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਸਾਨੂੰ ਬਾ ਮੁਸ਼ਕਲ ਨਾਲ ਮਿਲਦਾ ਹੈ। ਜਿੱਥੇ ਕਿਤੇ ਗੁਰੂ ਦੀ ਕਿਰਪਾ ਪਾਵਨ ਹਿਰਦੇ ਪੜ੍ਹਨ ਸੁਣਨ ਵਾਲੇ ਨੇ ਉਹਨਾਂ ਤੇ ਕਿਰਪਾ ਗੁਰੂ ਤਰੁੱਠ ਜਾਂਦੇ ਦਾਤ ਬਖਸ਼ਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲਾਹੌਰ ਸਾਹਿਬ ਦੀ ਧਰਤੀ ਤੇ ਔਰ ਜਿਹੜਾ ਬਹਾਦਰ ਸ਼ਾਹ ਬਾਦਸ਼ਾਹ ਬਣਨਾ ਚਾਹੁੰਦਾ, ਔਰੰਗਜ਼ੇਬ ਦਾ ਪੁੱਤਰ ਹੈ, ਵੱਡਾ ਪੁੱਤਰ ਉਹਦਾ ਤਾਰਾ ਆਜ਼ਮ ਦਿੱਲੀ ਦੇ ਤਖਤ ਤੇ ਹੈ। ਬਹਾਦਰ ਸ਼ਾਹ ਵੱਲੋਂ ਭਾਈ ਨੰਦ ਲਾਲ ਤੇ ਬਹਾਦਰ ਸ਼ਾਹ ਦਾ ਮਾਮਾ ਹੁਕਮ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਉਂਦੇ ਨੇ। ਮਹਾਰਾਜ ਬਹਾਦਰ ਸ਼ਾਹ ਕਹਿੰਦਾ ਹੈ ਫੌਜ ਮੇਰੇ ਕੋਲ ਨਹੀਂ ਔਰ ਫੌਜ ਏਡੀ ਛੇਤੀ ਇਕੱਠੀ ਨਹੀਂ ਕੀਤੀ ਜਾ ਸਕਦੀ ਤੇ ਕਿਸ ਤਰ੍ਹਾਂ ਯੁੱਧ ਲੜਿਆ ਜਾਏਗਾ। 22 ਲੱਖ ਦੇ ਕਰੀਬ ਜਿਹੜੀ ਆ ਤਾਰਾ ਆਜ਼ਮ ਦੀ ਫੌਜ ਹੈ, ਮੇਰੇ ਕੋਲ ਤਾਂ ਫੌਜ ਹੀ ਨਿਗੁਣੀ ਜੀ।
ਫਿਰ ਤਖਤ ਕਿਵੇਂ ਪਾਇਆ ਜਾਏਗਾ, ਰਾਜ ਕਿਵੇਂ ਮਿਲੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਭਾਈ ਨੰਦ ਲਾਲ ਜੀ ਨੂੰ ਕਹਿਣ ਲੱਗੇ ਕਿ ਬਹਾਦਰ ਸ਼ਾਹ ਨੂੰ ਕਹਿ ਦੇਵੋ ਤੂੰ ਸਾਹਮਣੇ ਡਟ ਕੇ ਜਿੰਨੀ ਕੁ ਤੇਰੀ ਫੌਜ ਇਕੱਠੀ ਕਰਕੇ ਜੰਗ ਮਚਾ, ਜਿਹੜੀ ਰਹੀ ਗੱਲ ਤਾਰਾ ਆਜ਼ਮ ਦੀ, ਉਹਨੂੰ ਅਸੀਂ ਯੁੱਧ ਵਿੱਚ ਆਪ ਮਾਰਾਂਗੇ। ਸਤਿਗੁਰੂ ਦੇ ਕੋਲੋਂ ਨਮਸਕਾਰ ਕਰਕੇ ਹੁਕਮ ਰਾਏ ਭਾਈ ਨੰਦ ਲਾਲ ਜੀ ਆ ਗਏ। ਤੁਰਦਿਆਂ ਨੂੰ ਮਹਾਰਾਜ ਨੇ ਕਿਹਾ ਸੀ ਚਲੋ ਤੁਸੀਂ, ਅਸੀਂ ਆਉਨੇ ਆ। ਤੇ ਆ ਕਰਕੇ ਤਾਂ ਜਿਹੜਾ ਭਾਈ ਨੰਦ ਲਾਲ ਸਾਹਿਬ ਹੁਕਮ ਰਾਏ, ਇਹਨਾਂ ਨੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਗੱਲਬਾਤ ਸੁਣਾਈਏ, ਤੂੰ ਹੌਸਲਾ ਕਰ ਤੇ ਤੈਨੂੰ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਰਣ ਤੱਤੇ ਦੇ ਵਿੱਚ ਹੋਵਣਗੇ। ਤੇ ਔਰ ਭਾਈ ਸਾਹਿਬ ਦੇ ਨਾਲ, ਭਾਈ ਨੰਦ ਲਾਲ ਸਾਹਿਬ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਭਾਈ ਦਇਆ ਸਿੰਘ ਦੀ ਕਮਾਨ ਹੇਠ 5 ਸਿੰਘ ਨਾਲ ਆਏ ਹੋਏ ਨੇ। ਜਿਸ ਤਰ੍ਹਾਂ ਇਹ ਅੱਗੇ ਨੂੰ ਕਾਫਲਾ ਵੱਧਦਾ ਹੈ, ਉਧਰੋਂ ਤਾਰਾ ਆਜ਼ਮ ਦਿੱਲੀ ਵੱਲੋਂ ਵੱਧ ਰਿਹਾ ਹੈ। ਆਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰਤ ਕਰਕੇ ਤਾਰਾ ਆਜ਼ਮ ਤੇ ਇਹ ਜਿਹੜਾ ਹੈਗਾ ਆਪਣਾ ਬਹਾਦਰ ਸ਼ਾਹ, ਇਹਨਾਂ ਦਾ ਆਪਸੀ ਜਿਹੜਾ ਯੁੱਧ ਹੁੰਦਾ ਹੈ, ਉਸ ਨੂੰ ਜਿਵੇਂ ਕਵੀ ਜੀ ਨੇ ਔਰ ਕਿਹਾ, ਉਹਨੂੰ ਆਪਾਂ ਬੜੇ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਸਰਵਣ ਕਰੀਏ। ਸ਼ਾਹ ਬਹਾਦਰ ਸੈਨ ਕੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੱਲੋਂ ਆਏ ਹੋਏ ਬਚਨ ਭਾਈ ਨੰਦ ਲਾਲ ਜੀ ਨੇ ਆ ਕੇ ਉਹ ਸੁਣਾਏ। ਤੇ ਸੁਣ ਕਰਕੇ ਉਸ ਵੇਲੇ ਸਾਰਾ ਮਸ਼ਵਰਾ ਕਰਕੇ ਜਿਹੜਾ ਬਹਾਦਰ ਸ਼ਾਹ ਸੀ ਮੁਜਰਾ ਲੀਨ ਬਣਾਏ। ਤੇ ਇਸ ਨੇ ਮੁਜਰਾ ਲੀਨ ਬਣਾਏ। ਮੁਜਰੇ ਦਾ ਅਰਥ ਹੁੰਦਾ ਹੈ ਹਾਜ਼ਰੀ, ਮੁਜਰੇ ਦਾ ਅਰਥ ਹੁੰਦਾ ਹੈ ਗਿਣਤੀ ਕਰਨੀ। ਜਿਸ ਤਰ੍ਹਾਂ ਸੁਬਾਹ ਵੇਲੇ ਬੱਚੇ ਸਕੂਲ ਵਿੱਚ ਇਕੱਠੇ ਹੁੰਦੇ ਨੇ ਤੇ ਔਰ ਜਿਹੜਾ ਉਹਨਾਂ ਦਾ ਟੀਚਰ ਹੈ ਉਹਨਾਂ ਦੀ ਹਾਜ਼ਰੀ ਬੁਲਾਉਂਦਾ ਹੈ, ਨਾਂ ਲੈ ਲੈ ਕੇ ਫਲਾਨਾ, ਉਹ ਅੱਗੋਂ ਇਸ਼ਾਰਾ ਕਰਦਾ ਹੱਥ ਦਾ ਜਾਂ ਬੋਲ ਕੇ ਹਾਜ਼ਰੀ ਲਵਾਉਂਦਾ ਹੈ। ਭਾਵ ਕਿ ਪਤਾ ਲੱਗਦਾ ਏ ਕਿਹੜੇ ਆਏ ਨੇ ਤੇ ਕਿਹੜੇ ਨਹੀਂ ਆਏ, ਕਿਹੜੇ ਹਾਜ਼ਰ ਨੇ ਤੇ ਕਿਹੜੇ ਗੈਰ ਹਾਜ਼ਰ ਨੇ। ਇਹਨੇ ਆਪਣੀ ਸਾਰੀ ਫੌਜ ਇਕੱਠੀ ਕਰਕੇ ਉਹਨਾਂ ਦੀ ਹਾਜ਼ਰੀ ਲਈ ਆਪਣੇ ਸਾਹਮਣੇ ਤੇ ਉਹਨਾਂ ਦੀ ਗਿਣਤੀ ਕਰਨਾ ਕੀਤੀ ਹੈ। ਬਖਸ਼ੀ ਬਖਸ਼ਿਸ਼ ਦਰਬ ਬਹੁ, ਜਿੰਨੀਆਂ ਵੀ ਫੌਜਾਂ ਸਨ ਇਹਨੇ ਬਾਦਸ਼ਾਹ ਹੋਣ ਦਾ ਐਲਾਨ ਕੀਤਾ ਸੀ ਔਰ ਉਹਨਾਂ ਨੂੰ ਬਖਸ਼ਿਸ਼ਾਂ ਦੇਣਾ ਕੀਤੀਆਂ, ਬਈ ਤੁਹਾਨੂੰ ਮੈਂ ਬਹੁਤ ਧਨ ਦੇਵਾਂਗਾ, ਬਹੁਤ ਮਾਇਆ ਦੇਵਾਂਗਾ। ਹਰ ਆਜ਼ੁਦ ਸਮੁਦਾਏ, ਬਹੁਤ ਮਾਇਆ ਦੇ ਦੇ ਕੇ ਸਲਿਪੇ ਸਾਰਾ ਫੌਜੀਆਂ ਜਵਾਨਾਂ ਨੂੰ, ਤੇ ਨਾਲ ਹੀ ਉਹਨਾਂ ਨੂੰ ਚੰਗੇ ਚੰਗੇ ਸ਼ਸਤਰ ਵੰਡਣਾ ਕੀਤੇ, ਤਲਵਾਰਾਂ, ਭਾਲੇ, ਖਪਰੇ ਔਰ ਬੰਦੂਕਾਂ ਆਦ। ਚੌਪਈ ਬਸਤਰ ਬੇਭੂਖਣ ਦਾ ਅਪਣਾਏ। ਇਸ ਤਰ੍ਹਾਂ ਸਾਰੇ ਜਿਹੜੇ ਸੀ ਨਾ ਅਹਿਲਕਾਰ ਬਹਾਦਰ ਸ਼ਾਹ ਦੇ, ਉਹਨਾਂ ਨੂੰ ਉਹਨੇ ਇਹ ਸੁਗਾਤਾਂ ਦੇ ਦੇ ਕੇ, ਕਿਸੇ ਨੂੰ ਸੁੰਦਰ ਬਸਤਰ, ਕਿਸੇ ਨੂੰ ਗਹਿਣੇ, ਉਹਨਾਂ ਨੂੰ ਅਪਣਾਏ, ਆਪਣੇ ਬਣਾ ਲੈਣਾ ਕੀਤਾ ਕਿ ਬਾਦਸ਼ਾਹ ਸਾਡਾ ਹਤੈਸ਼ੀ ਹੈ, ਇਹਨੇ ਸਾਨੂੰ ਇਹ ਜੋ ਕੁਝ ਦੇਣਾ ਕੀਤਾ ਹੈ ਅਸੀਂ ਇਹਦੇ ਲਈ ਲੜਾਂਗੇ, ਮਰਾਂਗੇ। ਆਗੈ ਮਨ ਸਭ ਕਰੂੰ ਸੁਭਾਏ। ਤੇ ਨਾਲ ਨਾਲ ਕਹਿ ਦਿੱਤਾ ਇਹ ਤਾਂ ਬਖਸ਼ਿਸ਼ਾਂ ਜਿਹੜੀਆਂ ਤੁਹਾਨੂੰ ਦੇ ਦਿੱਤੀਆਂ ਗਈਆਂ, ਮਗਰ ਜਦੋਂ ਮੈਂ ਬਾਦਸ਼ਾਹਤ ਦੇ ਤਖਤ ਉੱਪਰ ਬੈਠਾਂਗਾ ਔਰ ਬਾਦਸ਼ਾਹ ਬਣ ਜਾਵਾਂਗਾ, ਫਿਰ ਤੁਹਾਡੇ ਜਿਹੜੇ ਮਨਸਬ ਮੁਰਾਤਬੇ ਆ ਨਾ, ਅਹੁਦੇ ਨੇ, ਉਹਨਾਂ ਨੂੰ ਉੱਚੇ ਕਰ ਦੇਵਾਂਗਾ। ਚਾਹੇ ਉਮਰਾਵਣ ਹਿਰਦੇ ਵਧਾਏ। ਇਸ ਤਰ੍ਹਾਂ ਕਹਿ ਕੇ ਨਾ ਉਮਰਾਵ ਅਹਿਲਕਾਰ ਜਿਹੜੇ ਆ ਬਹਾਦਰ ਸ਼ਾਹ, ਉਹਨਾਂ ਦਾ ਉਤਸ਼ਾਹ ਜੰਗ ਵਿੱਚ ਲੜਨ ਵਾਸਤੇ ਵਧਾਉਂਦਾ ਹੈ, ਬਈ ਜੰਗ ਜਿੱਤਾਂਗੇ ਔਰ ਅੱਗੇ ਅੱਗੇ ਵੱਡੇ ਰੁਤਬੇ ਪਾ ਲਵਾਂਗੇ। ਮਿਸਲ ਮਿਸਲ ਗਨ ਵੀਰ ਟਿਕਾਏ। ਇਸ ਤਰ੍ਹਾਂ ਇਹਨੇ ਮਿਸਲਾਂ ਬਣਾ ਦਿੱਤੀਆਂ, ਉਹਨਾਂ ਦੀਆਂ ਟੋਲੀਆਂ ਬਣਾ ਦਿੱਤੀਆਂ, ਫਿਰਕੇ ਬਣਾ ਦਿੱਤੇ, ਉਹਨਾਂ ਦੇ ਵਿੱਚ ਗਿਣ ਗਿਣ ਕੇ ਜਿਹੜੇ ਵੀਰ ਸੂਰਮੇ ਆ ਨਾ, ਔਰ ਉਹ ਇਕੱਠੇ ਕੀਤੇ ਟੁਕੜੀਆਂ ਦੇ ਵਿੱਚ। ਗੁਲਕਾਂ ਬਹੁ ਬਰੂਦ ਵਰਤਾਈ। ਇਸ ਬਹਾਦਰ ਸ਼ਾਹ ਨੇ ਹੁਣ ਬਣੀਆਂ ਹੋਈਆਂ ਟੁਕੜੀਆਂ ਆਪਣੀ ਫੌਜ ਦੀਆਂ
ਔਰ ਉਹਨਾਂ ਦਸਤਿਆਂ ਨੂੰ ਬਹੁਤ ਗੋਲੀ ਛਿੱਕਾ ਤੇ ਬਰੂਦ ਵਰਤਾਉਣਾ ਕੀਤਾ। ਗਣ ਤੋਪੈ ਤਿਆਰੀ ਕਰਵਾਈ। ਬਹੁਤ ਗਿਣਤੀ ਦੇ ਅੰਦਰ ਬਹਾਦਰ ਸ਼ਾਹ ਨੇ ਤਾਰਾ ਆਜ਼ਮ ਦੇ ਨਾਲ ਯੁੱਧ ਕਰਨ ਵਾਸਤੇ ਤੋਪਾਂ ਜਿਹੜੀਆਂ ਨੇ ਉਹਨਾਂ ਦੀ ਸਾਰਿਆਂ ਦੀ ਤਿਆਰੀ ਕਰਵਾ ਕੇ ਵੰਡੀਆਂ ਹਨ। ਗਜਬਾਜੀ ਪੈਦਲ ਸੰਭਾਲੇ। ਤੇ ਬਹੁਤ ਜ਼ਿਆਦੇ ਜਿਹੜੇ ਨਾਲ ਹਾਥੀ ਨੇ, ਘੋੜੇ ਆ, ਕੁਝ ਹਾਥੀਆਂ ਤੇ ਚੱਲਣ ਵਾਲੀ ਸੈਨਾ, ਕੁਝ ਘੋੜਿਆਂ ਤੇ ਕੁਝ ਪੈਦਲ ਚੱਲਣ ਵਾਲੇ ਜਿਹੜੇ ਆ, ਉਹਨਾਂ ਸਾਰੀਆਂ ਇਹ ਸਾਰੇ ਪ੍ਰਕਾਰ ਦੇ ਹਥਿਆਰ ਜਿਹੜੇ ਨੇ ਉਹਨਾਂ ਨੂੰ ਸੰਭਾਲਿਆ। ਦਲ ਆਰਾਸਤ ਕੀਨ ਬਿਸਾਲੇ। ਇਸ ਤਰ੍ਹਾਂ ਜਿਹੜਾ ਨਾ ਦਲ ਆਰਾਸਤ ਦਾ ਅਰਥ ਹੁੰਦਾ ਹੈ ਤਿਆਰ ਬਰ ਤਿਆਰ, ਸਾਰਿਆਂ ਨੂੰ ਬਈ ਸਾਰਿਆਂ ਕੋਲ ਆਪਣਾ ਆਪਣਾ ਸਾਜੂ ਸਮਾਨ ਹੈ, ਤਿਆਰ ਬਰ ਤਿਆਰ ਨੇ। ਕੋਈ ਇਹ ਨਾ ਕਹੇ ਮੇਰੀ ਤਲਵਾਰ ਚੱਕਣ ਵਾਲੀ ਏ, ਕੋਈ ਇਹ ਨਾ ਕਹੇ ਬਰੂਦ ਹੈ ਨਹੀਂ, ਸਾਰੇ ਤਿਆਰ ਬਰ ਤਿਆਰ ਕਰ ਲਏ ਨੇ। ਦਿੱਲੀ ਤੇ ਬਾਹਰ ਹੀ ਰਹਿਓ। ਹੁਣ ਇਹ ਦਿੱਲੀ ਤੋਂ ਬਾਹਰ ਰਿਹਾ ਹੈ ਬਈ ਦਿੱਲੀ ਦੇ ਸ਼ਹਿਰ ਦੇ ਅੰਦਰ ਤਾਂ ਹੁਣ ਮੈਂ ਯੁੱਧ ਜਿੱਤ ਕੇ ਜਾਵਾਂਗਾ। ਪ੍ਰਥਮ ਕਰੋ ਸੰਗਰ ਚਿਤ ਚਾਹਿਓ। ਤੇ ਮਨ ਦੇ ਅੰਦਰ ਬਹਾਦਰ ਸ਼ਾਹ ਨੇ ਚਾਹਿਆ ਪਹਿਲਾਂ ਮੈਂ ਯੁੱਧ ਕਰਾਂਗਾ ਤੇ ਦਿੱਲੀ ਦੇ ਤਖਤ ਤੇ ਫਿਰ ਬੈਠਾਂਗਾ। ਸੁਤਰੀ ਧੌਂਸੇ ਧੱਗ ਬਜਾਈ। ਤੇ ਬਹੁਤ ਜ਼ਿਆਦਾ ਸੁਥਰੀ ਕਹੀਏ ਜਿਹੜੀਆਂ ਨੇ ਊਠਾਂ ਦੇ ਉੱਪਰ ਔਰ ਚਲਾਉਣ ਵਾਲੀਆਂ ਤੋਪਾਂ ਹੁੰਦੀਆਂ ਨੇ, ਤੇ ਧੌਂਸੇ ਨਗਾਰੇ ਤੇ ਧੱਗ ਜਿਹੜੀਆਂ ਦਫਾਂ ਵੱਜਦੀਆਂ ਨੇ। ਕਰਿਓ ਕੂਚ ਦਰ ਕੂਚ ਅਗਾਈ। ਇਸ ਤਰ੍ਹਾਂ ਇਹ ਜਿਹੜਾ ਬਹਾਦਰ ਸ਼ਾਹ ਹੈ ਨਾ ਆਪਣੀ ਫੌਜ ਨੂੰ ਲੈ ਕੇ ਕੂਚ ਦਰ ਕੂਚ ਅੱਗੇ ਨੂੰ ਦਿੱਲੀ ਵੱਲ ਨੂੰ ਵਧਦਾ ਹੈ। ਚੰਬਲ ਸਲਤਾ ਤਟ ਕੋ ਚਾਹਾ। ਚਲਦਿਆਂ ਚਲਦਿਆਂ ਚੰਬਲ ਨਦੀ ਦਾ ਕਿਨਾਰਾ ਆ ਜਾਣਾ ਕੀਤਾ। ਤਹਿ ਅਟਕਾਏ ਹਤੋਂ ਰਨ ਮਾਹਾ। ਤੇ ਇਸ ਬਹਾਦਰ ਸ਼ਾਹ ਨੇ ਜਾਣਿਆ ਮੈਂ ਚੰਬਲ ਨਦੀ ਦੇ ਕਿਨਾਰੇ ਰੁਕ ਕੇ ਤੇ ਉੱਥੇ ਹੀ ਆਪਣੇ ਭਰਾ ਤਾਰਾ ਆਜ਼ਮ ਦੇ ਨਾਲ ਯੁੱਧ ਕਰਾਂਗਾ, ਉਹਦਾ ਨਾਸ਼ ਕਰਾਂਗਾ। ਉਤ ਤਾਰਾ ਆਜ਼ਮ ਬਣ ਸ਼ਾਹੂ। ਉਧਰ ਜਿਹੜਾ ਤਾਰਾ ਆਜ਼ਮ ਬਹਾਦਰ ਸ਼ਾਹ ਦਾ ਵੱਡਾ ਭਰਾ ਏ ਤੇ ਔਰੰਗਜ਼ੇਬ ਦਾ ਪੁੱਤਰ ਏ, ਉਹ ਦਿੱਲੀ ਦੇ ਤਖਤ ਦੇ ਉੱਪਰ ਬਾਦਸ਼ਾਹ ਬਣਿਆ। ਬੈਠ ਤਖਤ ਉਮਰਾਵਨ ਮਾਹੂ। ਤੇ ਔਰ ਆਪ ਤਖਤ ਤੇ ਬੈਠਾ, ਉਹਦੇ ਅਹਿਲਕਾਰ ਜਿੰਨੇ ਨੇ ਔਰ ਫੌਜਦਾਰ ਆਲੇ ਉਦਾਲੇ ਬੈਠੇ ਹਨ, ਉਹਨਾਂ ਦੀ ਸਭਾ ਵਿੱਚ ਤਾਰਾ ਆਜ਼ਮ ਬੈਠ ਕੇ 22 ਲੱਖ ਸੈਨ ਸੰਭਾਰੀ। ਤੇ ਤਖਤ ਤੇ ਬੈਠਦਿਆਂ ਸਾਰ 22 ਲੱਖ ਸੈਨਾ ਜਿਹੜੀ ਆ ਇਹਦੇ ਹੁਕਮ ਵਿੱਚ ਚੱਲਣ ਵਾਲੀ ਸੀ ਤਾਰਾ ਆਜ਼ਮ ਦੇ। 10,000 ਤੋਪਾਂ ਵੱਡ ਭਾਰੀ। ਤੇ ਇਸ ਤਾਰਾ ਆਜ਼ਮ ਦੇ ਕੋਲ 10,000 ਵੱਡੀਆਂ ਭਾਰੀ ਤੋਫਾਂ ਸਨ। ਲੈ 50,000 ਜੰਬੂਰੇ। ਤੇ ਇਸ ਨੇ ਤਾਰੇ ਆਜ਼ਮ ਦੇ ਕੋਲ 10,000 ਵੱਡੀਆਂ ਤੋਫਾਂ ਨੇ, ਤੇ ਜੰਬੂਰਾ ਹੁੰਦਾ ਹੈ ਛੋਟੀ ਤੋਫ। ਜਿਸ ਤਰ੍ਹਾਂ ਫੌਜੀ ਨਾ ਜਵਾਨ ਜਿਹੜੇ ਨਾ ਇੱਕ ਤੋਪ ਹੁੰਦੀ ਉਹ ਮੋਢੇ ਤੇ ਰੱਖ ਕੇ ਚਲਾਉਂਦੇ ਨੇ ਔਰ ਭੱਜਦੇ ਹੋਏ, ਉਹ ਛੋਟੀਆਂ ਤੋਪਾਂ ਜਿਹੜੀਆਂ ਨੇ ਔਰ ਉਹਨਾਂ ਨੂੰ ਜੰਬੂਰਾ ਕਹਿੰਦੇ, ਉਹ 50 ਜਿਹੜੀਆਂ ਨੇ ਇਹਨਾਂ ਦੇ ਕੋਲ ਹਨ। ਬਖਸ਼ਿਸ਼ ਦਈ ਅਨਕ ਪਿਖ ਸੂਰੇ। ਔਰ 10 ਤੇ 50 ਜਿਹੜੀ 1.5 ਲੱਖ ਔਰ 10 ਤੇ 50,000 ਜਿਹੜੀਆਂ ਛੋਟੀਆਂ ਤੋਪਾਂ, 10,000 ਵੱਡੀਆਂ ਤੋਪਾਂ ਨੇ, 15,000 ਤੋਪਾਂ ਲੈ ਕੇ ਤੇ ਬਖਸ਼ਿਸ਼ਾਂ ਉਹਨੇ ਵੀ ਆਪਣੇ ਸੂਰਮਿਆਂ ਨੂੰ ਵੰਡੀਆਂ। ਦੱਖਣ ਦੇਸ਼ ਸਗਲ ਅਪਨਾਇਓ। ਹੁਣ ਇਹਨਾਂ ਨੇ ਦੇਖਿਆ ਬਈ ਜਿਹਨੇ ਦੱਖਣ ਦਾ ਇਲਾਕਾ ਉਧਰ ਨੂੰ ਮੂੰਹ ਕੀਤਾ, ਕਿਉਂਕਿ ਬਹਾਦਰ ਸ਼ਾਹ ਉਧਰੋਂ ਹੀ ਆਉਣਾ ਹੈ। ਸਭ ਪਰ ਆਪਣੋ ਹੁਕਮ ਟਿਕਾਇਓ। ਇਸ ਨੇ ਤਾਰਾ ਆਜ਼ਮ ਨੇ ਸਾਰੀ ਆਪਣੀ ਫੌਜ ਦੇ ਉੱਪਰ ਆਪਣਾ ਹੁਕਮ ਚਾੜ ਦਿੱਤਾ। ਭਰਾਤਾ ਕੀ ਸੁਣ ਕੇ ਸਭ ਬਾਤ। ਜਦੋਂ ਤਾਰਾ ਆਜ਼ਮ ਨੇ ਆਪਣੇ ਭਰਾ ਬਹਾਦਰ ਸ਼ਾਹ ਦੀ ਗੱਲਬਾਤ ਸੁਣਨਾ ਕੀਤੀ, ਉਹ ਮੇਰੇ ਉੱਪਰ ਹਮਲਾਵਰ ਹੋ ਕੇ ਆ ਰਿਹਾ ਹੈ। ਕੋਪਿਓ ਅਧਿਕ ਹਿਰਦੇ ਗਰਬਾਤ। ਤੇ ਉਸ ਵੇਲੇ ਤਾਰਾ ਆਜ਼ਮ ਆਪਣੇ ਮੁਰਾਤਬੇ ਦਾ ਹੰਕਾਰ ਸੀ, ਫੌਜ ਦਾ, ਰਾਜਪਾਟ ਦਾ, ਬਹੁਤ ਗੁੱਸੇ ਦੇ ਵਿੱਚ ਹੋਇਆ ਹੈ। ਸਕਲ ਸਮੂਹ ਕੀ ਮਿਸਲ ਨਿਹਾਰੀ। ਫਿਰ ਇਸ ਤਾਰਾ ਆਜ਼ਮ ਨੇ ਆਪਣੀ ਸਾਰੀ ਫੌਜ ਨੂੰ ਦੇਖਣਾ ਕੀਤਾ ਹੈ। ਕਹੇ ਉਮਰਾਵਨ ਕੀ ਇਸ ਤਿਆਰੀ। ਹੁਣ ਆਪਣੇ ਮੀਰ ਅਹਿਲਕਾਰਾਂ ਨੂੰ, ਮੁਖੀਆਂ ਨੂੰ ਕਹਿ ਕੇ ਜੰਗ ਦੀ ਤਿਆਰੀ ਕੀਤੀ ਚਾਲਾਂ ਮਾਰਨ ਵਾਸਤੇ। ਗਜ਼ ਬਾਜ਼ਨ ਪਰ ਪਾਖਰ ਪਾਈ। ਤੇ ਬਹੁਤ ਸਾਰੇ ਘੋੜੇ ਤੇ ਹਾਥੀ ਨੇ ਸਾਰਿਆਂ ਦੇ ਉੱਪਰ
ਕਾਠੀਆਂ ਕੱਸ ਲਈਆਂ, ਕੋ ਹਾਥੀਆਂ ਦੇ ਉੱਪਰ ਅੰਬਾਰੀਆਂ ਪਾ ਲੀਆਂ। ਚੜਿਓ ਆਪ ਗਣ ਬੰਬ ਬਜਾਈ। ਤੇ ਹੁਣ ਇਧਰੋਂ ਤਾਰਾ ਆਜਮ ਆਪ ਚੜਿਆ ਤੇ ਉਹਨੇ ਵੀ ਬਹੁਤ ਧੌਂਸੇ ਨਗਾਰੇ ਵਜਾਏ, ਉੱਚੀ ਆਵਾਜ਼ ਹੁੰਦੀ ਹੈ। ਦੱਖਣ ਤੇ ਕਰ ਕੂਚ ਹਮੇਸ਼ਾ। ਹੁਣ ਦੱਖਣ ਤੋਂ ਜਿਹੜਾ ਆ ਕੂਚ ਹਮੇਸ਼ਾ ਦੀ ਤਰ੍ਹਾਂ ਕੂਚ ਕਰਨਾ ਕੀਤਾ। ਆਵਤ ਚੱਲਿਓ ਸੁਣਿਓ ਜਿਸ ਦੇਸ਼ਾ। ਔਰ ਇਹ ਸੁਣਨਾ ਕੀਤਾ ਬਈ ਜਿਸ ਪਾਸਿਓਂ ਦੱਖਣੀ ਦਿਸ਼ਾ ਵੱਲੋਂ ਜਿਹੜਾ ਬਹਾਦਰ ਸ਼ਾਹ ਆ ਰਿਹਾ ਹੈ। ਗ੍ਰਾਮ ਨਗਰ ਬਣ ਉਲੰਘਤ ਆਏ। ਇਸ ਤਰ੍ਹਾਂ ਛੋਟੇ ਨਗਰ ਵੱਡੇ ਨਗਰ ਸ਼ਹਿਰ ਜਿਹੜੇ ਉਹਨਾਂ ਨੂੰ ਲੰਘਦੇ ਹੋਏ ਆ ਰਹੇ ਨੇ। ਲਸ਼ਕਰ ਦੀਰਘ ਨੀਰ ਸੁਕਾਏ। ਤੇ ਇੰਨਾ ਜ਼ਿਆਦਾ ਇਹਦਾ ਤਾਰੇ ਆਜ਼ਮ ਦਾ ਲਸ਼ਕਰ ਫੌਜਾਂ ਨੇ ਬਈ ਕਿਤੇ ਛੋਟਾ ਕੂਆ ਹੈ, ਛੋਟਾ ਤਲਾਬ ਹੈ, ਪਾਣੀ ਪੀ ਪੀ ਕੇ ਹੀ ਮੁਕਾ ਦਿੰਦੇ ਹਨ। ਸ਼ਾਹ ਬਹਾਦਰ ਸੁਣ ਸੁਧ ਸਾਰੀ। ਤੇ ਜਦੋਂ ਇਧਰ ਬਹਾਦਰ ਸ਼ਾਹ ਨੂੰ ਪਤਾ ਲੱਗਿਆ ਬਈ ਤਾਰਾ ਆਜ਼ਮ ਏਡੀ ਵੱਡੀ ਫੌਜ ਦੇ ਨਾਲ ਆ ਰਿਹਾ ਹੈ, ਉਹਦੀਆਂ ਫੌਜਾਂ ਕਿਤੇ ਔਰ ਛੋਟੇ ਕੂਏ ਤੇ ਖਲੋ ਜਾਂਦੀਆਂ, ਪਾਣੀ ਪੀ ਪੀ ਕੇ ਹੀ ਮੁਕਾ ਦਿੰਦੀਆਂ ਨੇ। ਸੰਸਾ ਹੋਤ ਸੁਣਤ ਦਲ ਭਾਰੀ। ਹੁਣ ਇਹ ਭਾਰੀ ਫੌਜ ਦੀ ਆਮਦ ਸੁਣ ਕੇ ਬਹਾਦਰ ਸ਼ਾਹ ਦਾ ਮਨ ਜਿਹੜਾ ਡੱਕ ਡੋਲੇ ਖਾਣ ਲੱਗ ਪਿਆ। ਮੋਹ ਤੇ 10 ਗੁਣ ਤੇ ਅਧਕਾਈ। ਹੁਣ ਬਹਾਦਰ ਸ਼ਾਹ ਨੂੰ ਪਤਾ ਲੱਗ ਗਿਆ ਮੇਰੇ ਨਾਲੋਂ ਤਾਂ ਤਾਰਾ ਆਜ਼ਮ ਦੀ ਫੌਜ ਜਿਹੜੀ 10 ਗੁਣਾ ਜ਼ਿਆਦਾ ਹੈ। ਤੋਪ ਜੰਬੂਰਨ ਜੁੱਤ ਸਮੁਦਾਈ। ਤੇ ਫਿਰ ਸਾਰੀ ਦੀ ਸਾਰੀ ਫੌਜ ਜਿਹੜੀ ਏ ਉਹ ਤੋਫਾਂ ਤੇ ਜੰਬੂਰਿਆਂ ਦੇ ਨਾਲ ਚੱਲੀ ਆਉਂਦੀ ਏ, ਜਸਨੱਦਬੱਧ ਹੋਈ। ਲਸ਼ਕਰ ਅਲਪ ਅਹੈ ਸੰਗ ਮੇਰੇ। ਤੇ ਮੇਰੇ ਨਾਲ ਇਹਨੇ ਕਹਿਣਾ ਕੀਤਾ ਬਹਾਦਰ ਸ਼ਾਹ ਨੇ ਥੋੜੀ ਜੀ ਫੌਜ ਏ ਗਿਣਤੀ ਦੇ ਵਿੱਚ, ਔਰ ਬਚ ਪਰ ਵਿਸ਼ਵਾਸ ਵਡੇਰੇ। ਪਰ ਮਨ ਦੇ ਅੰਦਰ ਇਹ ਬਹਾਦਰ ਸ਼ਾਹ ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨਾਂ ਤੇ ਬੜਾ ਭਰੋਸਾ ਹੈ। ਅਪਰ ਉਪਾਏ ਨਹੀਂ ਅਬ ਕੋਈ। ਫਿਰ ਇਹ ਵੀ ਮਨ ਚ ਕਹਿੰਦਾ ਹੁਣ ਭਰੋਸਾ ਕਰਨ ਤੋਂ ਸਿਵਾਏ ਹੋਰ ਤਾਂ ਕੋਈ ਯਤਨ ਨਹੀਂ ਹੈ। ਇੱਕ ਅੱਲਾ ਅਲੰਬ ਹੈ ਕੋਈ। ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੈਨੂੰ ਆਸਰਾ ਹੈ ਤੇ ਦੂਜਾ ਉਸ ਅੱਲਾ ਦਾ, ਖੁਦਾ ਦਾ ਹੈ। ਥੋਰਨ ਕੀ ਮਦਦ ਖੁਦਾਏ। ਯਾਰ ਇਹ ਹਮੇਸ਼ਾ ਮੈਂ ਸੁਣਿਆ ਬਹਾਦਰ ਸ਼ਾਹ ਕਹਿੰਦਾ ਬਈ ਜਿਹੜੇ ਥੋੜੀ ਟੁਕੜੀ ਹੋਵੇ ਨਾ ਉਹਨਾਂ ਦੀ ਖੁਦਾ ਆਪ ਮਦਦ ਕਰਦਾ ਹੈ। ਜਾਂ ਤੇ ਨਿਸ਼ਚੈ ਮੁਰ ਮਨ ਆਏ। ਇਸ ਕਰਕੇ ਬਹਾਦਰ ਸ਼ਾਹ ਕਹਿੰਦਾ ਮੇਰੇ ਮਨ ਵਿੱਚ ਭਰੋਸਾ ਆ ਜਾਂਦਾ ਹੈ ਕਿ ਜਿੱਤ ਸਾਡੀ ਝੋਲੀ ਵਿੱਚ ਪਏਗੀ। ਇਤ ਸ਼੍ਰੀ ਗੁਰ ਕਰ ਕੂਚ ਹਮੇਸ਼। ਇਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਮੇਸ਼ਾ ਦੀ ਤਰ੍ਹਾਂ ਅੱਗੇ ਨੂੰ ਵਧਦੇ ਹਨ। ਦਿੱਲੀ ਦੇਸ਼ ਕੋ ਗਮਨ ਕਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਦਿੱਲੀ ਵਾਲੇ ਪਾਸੇ ਨੂੰ ਚਾਲਾਂ ਮਾਰਦੇ ਨੇ। ਸੰਗ ਖਾਲਸਾ ਦਲ ਸਮੁਦਾਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਗੁਰੂ ਕੇ ਖਾਲਸਿਆਂ ਦਾ ਦਲ ਬਹੁਤ ਹੈ। ਮਹਿਮਾ ਸੁਰ ਨਰ ਮਿਲੈ ਸੋ ਆਈ। ਤੇ ਸਾਰੇ ਜਿੰਨੇ ਦੇਵਤੇ ਨੇ ਮਨੁੱਖ ਨੇ ਗੁਰੂ ਕੀ ਮਹਿਮਾ ਸੁਣ ਸੁਣ ਕੇ ਆ ਕੇ ਦਰਸ਼ਨ ਦੇਦਾਰ ਕਰਦੇ ਹਨ। ਦਰਸ਼ਨ ਦੇ ਤੇ ਕਰਤ ਨਿਹਾਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਨੁੱਖਾਂ ਨੂੰ ਦੇਵਤਿਆਂ ਨੂੰ ਦਰਸ਼ਨ ਬਖਸ਼ ਕੇ ਨਦਰੋ ਨਦਰੀ ਨਿਹਾਲ ਕਰਦੇ ਨੇ। ਪੁਰਹਿ ਕਾਮਨਾ ਜਨਨ ਕਿਰਪਾਲ। ਜਿਹੜੀ ਕਾਮਨਾ ਲੈ ਕੇ ਜੀਵ ਸਤਿਗੁਰੂ ਦੇ ਕੋਲ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਉਹਨਾਂ ਦੀਆਂ ਪੂਰੀਆਂ ਕਰ ਦਿੰਦੇ ਨੇ। ਉਹ ਤਾਵ ਰੰਗ ਕੇ ਨੰਦਨ ਦੋ। ਉਧਰ ਔਰੰਗਜ਼ੇਬ ਦੇ ਦੋਵੇਂ ਪੁੱਤਰ ਵੱਡਾ ਜਿਹੜਾ ਆ ਤਾਰਾ ਆਜ਼ਮ ਤੇ ਛੋਟਾ ਜਿਹੜਾ ਆ ਔਰ ਬਹਾਦਰ ਸ਼ਾਹ ਭਇਓ ਢੇਰ ਚੰਬਲ ਤਟ ਸੋ। ਹੁਣ ਚੰਬਲ ਦੇ ਕਿਨਾਰੇ ਨਾ ਜਿਹੜਾ ਚੰਬਲ ਨਦੀ ਦੇ ਕਿਨਾਰੇ ਧੌਲਪੁਰ ਤੇ ਜਾਦੂਪੁਰ ਜਿਹੜਾ ਹੈ ਇਸ ਜਗ੍ਹਾ ਤੇ ਆਣ ਕੇ ਤਾਰਾ ਆਜ਼ਮ ਤੇ ਬਹਾਦਰ ਸ਼ਾਹ ਚੰਬਲ ਨਦੀ ਦੇ ਕਿਨਾਰੇ ਇਹਨਾਂ ਦਾ ਆਮੋ ਸਾਹਮਣਾ ਹੋਣ ਲੱਗਾ। ਦੋਹੂ ਦਿਸ਼ਨ ਤੇ ਵੱਜੇ ਨਗਾਰੇ। ਤੇ ਦੋਨਾਂ ਦਲਾਂ ਦੀਆਂ ਫੌਜਾਂ ਨੇ ਜਦੋਂ ਆਪਣੇ ਵੱਲੋਂ ਦੁਸ਼ਮਣ ਦਲ ਨੂੰ ਤੱਕਿਆ ਤੇ ਖਲਦਲੀ ਜੀ ਮਚ ਗਈ ਏ। ਦੋਹੀਂ ਦਲੀ ਮੁਕਾਬਲਾ ਰਣਸੂਰੇ ਗੱਜੇ। ਉਹ ਸੂਰਮਿਆਂ ਨੇ ਜਦੋਂ ਨਗਾਰੇ ਵਜਾਏ ਹੁਣ ਦਲਾਂ ਦਾ ਮੁਕਾਬਲਾ ਹੋਣ ਲੱਗਾ। ਰਣ ਸਿੰਘੇ ਬੜ ਸ਼ਬਦ ਉਠਾਰੇ। ਤੇ ਰਣ ਸਿੰਘੇ ਜਿਹੜੇ ਨੇ ਬਹੁਤ ਜਿਹੜੇ ਲੰਬੀ ਲੰਬੀ ਆਵਾਜ਼ ਦੇ ਨਾਲ ਆਵਾਜ਼ਾਂ ਕੱਢਦੇ ਹਨ। ਲਸ਼ਕਰ ਪਰੇ ਕਰੇ ਅਰ ਅਰੇ। ਔਰ ਬਹੁਤ ਹੀ ਲਸ਼ਕਰ ਦੇ ਉੱਪਰ ਧਾਵਾ ਬੋਲਦੇ ਨੇ। ਅਗਲਾ ਵੈਰੀ ਦਲ ਅੱਗੋਂ ਅੜ ਅੜ ਕੇ ਲੜਦਾ ਹੈ। ਛੁਟੀ ਤੋਪ ਗਣ ਨਵ ਪ੍ਰਭ ਭਰੇ। ਇਸ ਤਰ੍ਹਾਂ ਬਹੁਤ ਜ਼ਿਆਦੀਆਂ ਤੋਫਾਂ
ਬਰੂਦ ਉਹਨਾਂ 'ਚ ਭਰ ਭਰ ਕੇ ਔਰ ਆਕਾਸ਼ ਵੱਲ ਨੂੰ ਉਹ ਚੱਲਦੀਆਂ ਤੇ ਧੂਆਂ ਧੂਆਂ ਹੁੰਦਾ ਹੈ। ਧੂਮ ਧਾਰ ਪਸਰੀ ਇੱਕ ਵਾਰੀ। ਤੇ ਇੱਕੇ ਵੇਰ ਜਦੋਂ ਤੋਫਾਂ ਚੱਲੀਆਂ ਨੇ ਉਹਨਾਂ ਨੇ ਬਰੂਦ ਉਗਲਿਆ ਹੈ, ਉਹਦੇ ਨਾਲ ਅਸਮਾਨ ਧੂਏ ਦੇ ਨਾਲ ਢੱਕਿਆ ਗਿਆ ਹੈ, ਧੂਆਂ ਹੀ ਧੂਆਂ ਅਸਮਾਨ ਵਿੱਚ ਹੋ ਗਿਆ। ਨਹਿ ਦੀਖਤ ਦ੍ਰਿਗਪਾਨ ਪਸਾਰੀ। ਤੇ ਇਹਨਾਂ ਧੂਆਂ ਦੋਨਾਂ ਦਲਾਂ ਦੀਆਂ ਤੋਫਾਂ ਚੱਲਣ ਨਾਲ ਹੋ ਗਿਆ ਕਿ ਔਰ ਕਵੀ ਜੀ ਕਹਿੰਦੇ ਕਿ ਹੱਥ ਆਪਣਾ ਵੀ ਨਹੀਂ ਦਿਸਦਾ, ਇੰਨਾ ਜ਼ਿਆਦਾ ਧੂਆਂ ਹੋਇਆ। ਸਲਖ ਜਮੂਰਨ ਕੀ ਵੱਡ ਹੋਈ। ਫਿਰ ਜੰਬੂਰੇ ਜਿਹੜੀਆਂ ਛੋਟੀਆਂ ਤੋਫਾਂ ਨੇ ਫਿਰ ਇੱਕੇ ਵੇਰ ਸ਼ਲਖ ਕਈ ਉਹ ਇਕੱਠੀਆਂ ਚਲਾਈਆਂ। ਬਰਖਣ ਲੱਗੇ ਲੋਹ ਦਿਸ਼ ਦੋਈ। ਤੇ ਦੋਨਾਂ ਪਾਸਿਆਂ ਤੋਂ ਕਹੋ ਐਉਂ ਕਹੋ ਗੋਲੀਆਂ ਦੀ ਬਰਸਾਤ ਹੋਣ ਲੱਗ ਪਈ। ਮਨਹੁ ਆਕਾਸ਼ ਫੂਟ ਗਿਰ ਪਰਿਓ। ਮਾਨੋ ਐਉਂ ਗੋਲੀਆਂ ਡਿੱਗਦੀਆਂ ਨੇ, ਮੀਂਹ ਵਰਦਾ ਆ ਜਿਵੇਂ ਆਕਾਸ਼ ਹੀ ਕਿਤੇ ਪਾਟ ਗਿਆ ਹੋਵੇ ਤੇ ਸਾਰੇ ਗੜੇ ਵੱਡੇ ਵੱਡੇ ਡਿੱਗਣ ਲੱਗ ਪਏ ਹੋਵਨ। ਭੀਖਣ ਸ਼ਬਦ ਭੂਮ ਨਭ ਭਰਿਓ। ਇਹ ਤਰ੍ਹਾਂ ਬਹੁਤ ਭਿਆਨਕ ਸ਼ਬਦ ਜਿਹੜਾ ਆਵਾਜ਼ ਹੁੰਦੀ ਏ ਜਦੋਂ ਤੋਫਾਂ ਚੱਲਦੀਆਂ ਹਨ। ਮਾਰ ਮਾਰ ਕਹਿ ਰੌਰ ਉਠਾਇਓ। ਸਾਰੇ ਸੂਰਮੇ ਔਰ ਦੋਨਾਂ ਦਲਾਂ ਦੇ ਆਵਾਜ਼ਾਂ ਕਰਦੇ ਆ, ਮਾਰ ਲੋ, ਭਜਾ ਦਿਓ ਇਹਨਾਂ ਨੂੰ, ਭਜਾ ਦਿਓ, ਕਬਜ਼ ਹੋ ਜਾਵੋ। ਇਮ ਸਗਰੋ ਦਿਨ ਜੰਗ ਮਚਾਇਓ। ਇਸ ਤਰ੍ਹਾਂ ਤਾਰਾ ਆਜ਼ਮ ਤੇ ਜਿਹੜਾ ਸੀ ਬਹਾਦਰ ਸ਼ਾਹ, ਇਹਨਾਂ ਦਾ ਸਾਰਾ ਦਿਨ ਯੁੱਧ ਹੋਇਆ। ਕੇ ਚਿਤ ਵੀਰ ਤੁਰੰਗ ਸੰਘਾਰੇ। ਤੇ ਪਤਾ ਨਹੀਂ ਕਿੰਨੇ ਕੁ ਘੋੜੇ, ਕਿੰਨੇ ਕੁ ਸੂਰਮੇ ਇਸ ਯੁੱਧ ਦੇ ਵਿੱਚ ਜਿਹੜੇ ਸਨ ਮਾਰੇ ਗਏ ਧੌਲਪੁਰ ਦੇ ਨੇੜੇ। ਰਬ ਅਸਤਿਓ ਤਜ ਭਏ ਕਿਨਾਰੇ। ਤੇ ਜਦੋਂ ਇਹ ਜੰਗ ਕਰਨ ਦਾ ਇੱਕ ਸਮਾਂ ਮਿਥਿਆ ਹੁੰਦਾ ਸੀ, ਸੂਰਜ ਚੜ੍ਹਦੇ ਦੀ ਆਰੰਭਤਾ ਹੋਣੀ, ਸੂਰਜ ਅਸਤ ਹੁੰਦਿਆਂ ਦੀ ਸਮਾਪਤੀ ਹੋ ਜਾਣੀ। ਔਰ ਸੂਰਜ ਅਸਤ ਹੋਇਆ ਤੇ ਜਦੋਂ ਜੰਗ ਦੀ ਸਮਾਪਤੀ ਹੋਈ, ਸਿਵਰ ਕਰਿਓ ਚਾਹੇ ਖਾਨ ਰੂਪਾਨਾ। ਇਸ ਤਰ੍ਹਾਂ ਸਾਰੇ ਆਪਣੇ ਆਪਣੇ ਦੂਰ ਦੂਰ ਡੇਰਿਆਂ ਤੇ ਆ ਜਾਂਦੇ ਸਨ ਸੂਰਮੇ ਦੋਨਾਂ ਦਲਾਂ ਦੇ। ਤੇ ਇੱਕ ਜਗ੍ਹਾ ਮੁਕਰਰ ਕੀਤੀ ਜਾਂਦੀ ਸੀ, ਇੱਥੇ ਜੰਗ ਹੋਵੇਗਾ। ਤੇ ਦੋਨਾਂ ਦਲਾਂ ਨੇ ਜੰਗ ਵਾਲੀ ਥਾਂ ਤੋਂ ਬਹੁਤ ਦੂਰੀ ਤੇ ਆਪਣੇ ਆਪਣੇ ਆਸਣ ਲਾਏ ਹੁੰਦੇ ਸਨ। ਫਿਰ ਉੱਥੇ ਮੁੜ ਕੇ ਜਾ ਕੇ ਰਾਤ ਨੂੰ ਭੋਜਨ ਪਾਣੀ ਕਰਨਾ ਕੀਤਾ। ਤ੍ਰਿਪਤ ਹਤਿਓ ਸ਼ਰਮ ਭੇ ਸਵਧਾਨਾ। ਤੇ ਸਾਰੇ ਭੋਜਨ ਪਾਣੀ ਛਕ ਕੇ ਤ੍ਰਿਪਤ ਹੋਏ, ਭੁੱਖ ਜਿਹੜੀ ਇਹ ਨਾਸ਼ ਕੀਤੀ ਏ ਤੇ ਥਕਾਵਟ ਦੂਰ ਹੋਈ, ਦਿਨ ਚੜ੍ਹਦੇ ਸਾਵਧਾਨ ਹੋਏ। ਜਾ ਗਾਤਰ ਸੋਬਤ ਰਾਤ ਬਤਾਈ। ਤੇ ਇਹਨਾਂ ਨੇ ਰਾਤ ਸੁੱਤਿਆਂ ਬਤੀਤ ਕੀਤੀ ਆ, ਸੌਂ ਕੇ ਤੇ ਦਿਨੇ ਜਾਗਰਤ ਅਵਸਥਾ ਵਿੱਚ ਆਏ। ਚੜੇ ਲਰਨ ਕੇ ਹੇਤ ਬਹੋਰੀ। ਫੇਰ ਜਿਹੜਾ ਇਹਨਾਂ ਤਿਆਰੀ ਕੀਤੀ ਆ ਬਈ ਹੁਣ ਜੰਗ ਯੁੱਧ ਫੇਰ ਮਚਾਉਣਾ ਕਰੀਏ। ਛੁੱਟੈ ਸ਼ਬਦ ਵੱਡ ਗੋਰਾ ਗੋਰੀ। ਫੇਰ ਚੱਲ ਪਏ ਉਹੀ ਕੰਮ ਜਿਹੜਿਆ, ਗੋਲੀਆਂ ਚੱਲ ਪਈਆਂ, ਤੋਫਾਂ ਦੇ ਗੋਲੇ ਚੱਲ ਪਏ। ਹੈ ਧਵਾਏ ਕਰ ਤਜੈ ਤੁਫੰਗਾ। ਇਸ ਤਰ੍ਹਾਂ ਜਿਹੜੇ ਸੂਰਮੇ ਆ ਘੋੜੇ ਨੂੰ ਭਜਾਉਂਦੇ ਨੇ ਤੇ ਭੱਜੇ ਆਉਂਦੇ ਘੋੜੇ ਦੇ ਉੱਪਰ ਬੰਦੂਕ ਦਾ ਨਿਸ਼ਾਨਾ ਵੈਰੀ ਦਲ ਤੇ ਲਾਉਂਦੇ ਨੇ। ਤੀਰ ਪ੍ਰਹਾਰਾਂ ਫੂਰ ਤੇ ਅੰਗਾ। ਇਸੇ ਤਰ੍ਹਾਂ ਸੂਰਬੀਰ ਬਹਾਦਰ ਜਿਹੜੇ ਘੋੜੇ ਨੂੰ ਭਜਾ ਕੇ ਵੈਰੀ ਦਲ ਦੇ ਉੱਪਰ ਤੀਰਾਂ ਦਾ ਮੀਂਹ ਬਰਾਉਂਦੇ ਨੇ। ਨੇਜੇ ਬੰਬਿਆਲ ਪ੍ਰਮਾਵੈ। ਤੇ ਬਹੁਤ ਜਿਹੜੇ ਬੰਬਿਆਲ ਵਾਲੇ ਨੇਜੇ ਨਾ, ਇੱਕ ਨੇਜੇ ਦਾ ਅਰਥ ਬਰਛਾ ਹੁੰਦਾ, ਇੱਕ ਬਰਛਾ ਸਿੱਧਾ ਜਿਹਾ ਹੁੰਦਾ ਹੈ। ਇੱਕ ਬਰਛਾ ਹੁੰਦਾ ਹੈ ਉਹ ਚੌੜਾ ਤੇ ਉਹਦੇ ਦਾਤਰੀ ਦੀ ਤਰ੍ਹਾਂ ਨਾ ਦੰਦੇ ਬਣਾਏ ਹੁੰਦੇ ਆ। ਇੱਕ ਬਰਛਾ ਹੁੰਦਾ ਉਹਨੂੰ ਨਾਗਣੀ ਕਹਿੰਦੇ, ਉਹਦੇ 'ਚ ਸੱਪ ਵਾਂਗੂ ਵਲ ਜੇ ਪਾਏ ਹੁੰਦੇ ਆ। ਜਿਹੜਾ ਬੰਬਲੇ ਆਲਾ ਹੁੰਦਾ ਨਾ, ਔਰ ਇਹਦੇ ਅਰਥ ਮਹਾਂਪੁਰਸ਼ ਪੜ੍ਹਾਇਆ ਕਰਦੇ ਸਨ ਬਈ ਦਾਤਰੀ ਦੀ ਤਰ੍ਹਾਂ ਦੰਦੇ ਕੱਢੇ ਤੇ ਉਹਦੇ ਪੁੱਠੇ ਦੰਦੇ ਹੋਣੇ। ਜਦੋਂ ਕਿਸੇ ਦੇ ਸੀਨੇ 'ਚ ਮਾਰਨਾ ਉਦੋਂ ਤਾਂ ਸੁਖਾਲਾ ਚਲ ਜਾਣਾ, ਜਦੋਂ ਖਿੱਚਣਾ ਉਹਨੇ ਆਂਦਰਾਂ ਸਾਰੀਆਂ ਖਿੱਚ ਕੇ ਬਾਹਰ ਲੈ ਆਉਣੀਆਂ। ਤੇ ਨਿਹੰਗ ਸਿੰਘਾਂ ਨੇ ਬਾਹਰੋਂ ਵੀ ਔਰ ਜਿਹੜੇ ਬਰਛੇ ਹੁੰਦੇ ਨਾ, ਉਹਨਾਂ ਨਾਲ ਦੇਖਿਆ ਜੇ ਬੜੇ ਸੋਹਣੇ ਫੁੱਲ ਬੱਧੇ ਹੁੰਦੇ ਬਣਾ ਕੇ। ਕਹਿੰਦੇ ਉਹ ਬੰਬਲੇ ਆਲੇ ਜਿਹੜੇ ਬੰਬਲਾਂ ਵਾਲੇ ਬਰਛੇ ਨੇ, ਉਹਨਾਂ ਦੇ ਨਾਲ ਵੈਰੀਆਂ ਦੇ ਸੀਨੇ ਪਾੜ ਕੇ ਰੱਖੀ ਜਾਂਦੇ ਨੇ। ਮਿਲ ਹੈ ਪਰਸ ਪਰ ਆਜੁਦ ਘਾਵੈ। ਇਸ ਤਰ੍ਹਾਂ ਆਪਸ ਵਿੱਚ ਮਿਲਦੇ ਨੇ, ਸੂਰਮਿਆਂ ਨੇ ਸ਼ਸਤਰ ਪਕੜੇ ਹੋਏ ਹਨ। ਅੰਧ ਧੁੰਦ ਪਰ ਗਇਓ ਬੇਸਾਲਾ। ਇਸ ਤਰ੍ਹਾਂ ਜਿਹੜੀ ਧੂੜ ਉੱਡੀ, ਗੋਲੀਆਂ ਦਾ ਧੂਆਂ ਚੜਿਆ, ਉਹਦੇ ਨਾਲ ਹਨੇਰਾ ਹੀ ਹਨੇਰਾ ਚੌਗਿਰਦੇ ਛਾਇਆ। ਸੁਤਰਨ ਨਾਲ ਕੜਿਆਲ ਕੁਰਾਲਾ। ਇਸ ਤਰ੍ਹਾਂ ਊਠਾਂ ਦੇ ਉੱਪਰ ਲੜੀਆਂ ਜਿਹੜੀਆਂ ਨੇ ਜਕੜ ਕੀਤੀਆਂ ਹੋਈਆਂ ਤੋਫਾਂ ਨੇ,
ਊਠਾਂ ਤੇ ਉਹ ਚੱਲਦੀਆਂ ਨੇ, ਕੁਝ ਘੁੜਿਆਲ ਕਹੀਏ ਘੋੜਿਆਂ ਦੇ ਉੱਪਰ ਰੱਖ ਕੇ ਚਲਾਉਣ ਵਾਲੀਆਂ ਤੋਪਾਂ ਨੇ, ਉਹ ਚੱਲਦੀਆਂ ਨੇ। ਇਮ ਹੋਏ ਜੰਗ ਹਟੇ ਦਲ ਦੂ। ਇਸ ਤਰ੍ਹਾਂ ਦੂਜੇ ਦਿਨ ਦਾ ਵੀ ਜੰਗ ਹੋਇਆ ਤੇ ਦੋਵੇਂ ਦਲ ਤਰਕਾਲਾਂ ਪਈਆਂ ਪਿੱਛੇ ਨੂੰ ਹਟੇ। ਨਿਜ ਵਿਸ਼ਰਾਮ ਕੀਨ ਕਰ ਸੋ। ਇਸ ਤਰ੍ਹਾਂ ਇਹਨਾਂ ਨੇ ਮੁੜ ਕੇ ਫੇਰ ਆਪਣੇ ਆਪਣੇ ਟਿਕਾਣਿਆਂ ਤੇ ਆ ਕੇ ਰਾਤ ਨੂੰ ਸਵੇਰ ਦਾ ਥਕੀਮਾ ਲਾਉਣਾ ਕੀਤਾ ਸੌਂ ਕੇ। ਹੋਤ ਪਰਾਤ ਉਠ ਬੱਜੇ ਨਗਾਰੇ। ਫੇਰ ਜਦੋਂ ਦਿਨ ਦਾ ਚੜਾਓ ਹੋਇਆ ਸੂਰਬੀਰ ਤਿਆਰ ਬਰ ਤਿਆਰ ਹੋ ਗਏ। ਦਲ ਮੁਕਾਬਲੇ ਦੋਨੋਂ ਭਏ। ਤੇ ਦੋਨਾਂ ਦਲਾਂ ਦਾ ਤਾਰਾ ਆਜ਼ਮ ਤੇ ਬਹਾਦਰ ਸ਼ਾਹ ਦੇ ਦਲਾਂ ਦਾ ਦੋਨਾਂ ਦਾ ਆਪਸੀ ਭੇੜ ਸੰਘਰ ਮਚਿਆ। ਹਮਲੇ ਕਰਤ ਸ਼ਸਤਰ ਭਟਕਾਏ। ਇਸ ਤਰ੍ਹਾਂ ਜਿਹੜੇ ਨੇ ਭੱਟ ਸੂਰਮੇ ਨੇ ਉਹ ਹਮਲਾ ਕਰਦੇ ਨੇ ਤੇ ਸ਼ਸਤਰਾਂ ਦੇ ਵਾਰ ਕਰਦੇ ਨੇ। ਤਾਰਾ ਆਜ਼ਮ ਕੋ ਵੱਡ ਲਸ਼ਕਰ। ਤੇ ਇਧਰ ਤਾਰਾ ਆਜ਼ਮ ਜਿਹੜਾ ਇਹਦੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਫੌਜ 22 ਲੱਖ ਫੌਜ ਚੜਾ ਕੇ ਲੈ ਕੇ ਆਇਆ ਸੀ। ਪਰੇ ਉਧਾਏ ਕਰ ਘਾਵਨ ਕਰ ਕਰ। ਇਹ ਬਹੁਤ ਜ਼ਿਆਦਾ ਹਮਲਾ ਭਾਰੀ ਬੋਲਦਾ ਹੈ ਤੇ ਔਰ ਭੱਜ ਭੱਜ ਕੇ ਦੇ ਸੂਰਮੇ ਜ਼ਿਆਦਾ ਹੋਣ ਦੇ ਕਾਰਨ ਉੱਤੇ ਵੱਧਦੇ ਹਨ। ਆਪ ਬਹਾਦਰ ਚੜਿਓ ਲਰਨ ਕੋ। ਹੁਣ ਬਹਾਦਰ ਸ਼ਾਹ ਅੱਜ ਤੀਜੇ ਦਿਨ ਦਾ ਜੰਗ ਆਪ ਸਵਾਰੀ ਕਰ ਲਈ, ਮੈਂ ਯੁੱਧ ਕਰਾਂਗਾ। ਉਤੇ ਆਜ਼ਮ ਪਹੁੰਚਿਓ ਪਿਖਰਨ ਕੋ। ਉਧਰ ਜਿਹੜਾ ਸੀ ਤਾਰਾ ਆਜ਼ਮ ਵੀ ਯੁੱਧ ਨੂੰ ਦੇਖਣ ਵਾਸਤੇ ਅਸਵਾਰ ਹੋ ਕੇ ਅੱਗੇ ਆਇਆ। ਜੁਗ ਭਰਾਤਾ ਨੇ ਜੰਗ ਪਵਾਏ। ਹੁਣ ਦੋਨਾਂ ਭਰਾਵਾਂ ਨੇ ਮਿਲ ਕੇ, ਇੱਕ ਪਾਸੇ ਛੋਟਾ ਇੱਕ ਪਾਸੇ ਵੱਡਾ ਹੈ, ਗੱਭੇ ਦੋਨਾਂ ਦੇ ਫੌਜਾਂ ਜੰਗ ਕਰਦੀਆਂ ਹਨ। ਛੁਟੈਂ ਤੁਫੰਗ ਤੋਪ ਸਮੁਦਾਏ। ਬਹੁਤ ਜ਼ਿਆਦੀਆਂ ਜਿਹੜੀਆਂ ਬੰਦੂਕਾਂ ਚੱਲਦੀਆਂ ਨੇ, ਤੋਫਾਂ ਦੇ ਗੋਲੇ ਚੱਲ ਰਹੇ ਹਨ। ਗਜ ਪਰ ਹੁਤੋ ਬਹਾਦਰ ਰਾਏ। ਇਧਰ ਜਿਹੜਾ ਹੈ ਔਰ ਬਹਾਦਰ ਸ਼ਾਹ ਸੀ ਇਹ ਹਾਥੀ ਦੇ ਉੱਪਰ ਬੈਠਾ ਹੋਇਆ। ਧਰਮ ਸਿੰਘ ਕੋ ਨਿਕਟ ਬਿਠਾਏ। ਤੇ ਆਪਣੀ ਹਾਥੀ ਦੀ ਅੰਬਾਰੀ ਵਿੱਚ ਬਹਾਦਰ ਸ਼ਾਹ ਬੈਠਾ ਹੈ ਤੇ ਭਾਈ ਧਰਮ ਸਿੰਘ ਇਹਦੇ ਕੋਲ ਬੈਠਾ ਹੋਇਆ ਉਸ ਅੰਬਾਰੀ ਵਿੱਚ। ਗੁਰ ਗਾਥਾ ਕੋ ਮੁਖੋਂ ਉਚਾਰਾਂ। ਤੇ ਇਹ ਭਾਈ ਧਰਮ ਸਿੰਘ ਦੇ ਨਾਲ ਜੰਗ ਯੁੱਧ ਚੱਲ ਰਿਹਾ ਹੈ ਤੇ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਗੱਲਾਂ ਕਰਦਾ ਹੈ ਤੇ ਧਰਮ ਸਿੰਘ ਸੁਣਦਾ ਹੈ। ਭਾਈ ਧਰਮ ਸਿੰਘ ਕਰਦਾ ਹੈ ਤੇ ਬਹਾਦਰ ਸ਼ਾਹ ਜਿਹੜਾ ਉਹ ਸੁਣਦਾ ਹੈ। ਬਹੁਤ ਦੂਰ ਲੱਗ ਜੰਗ ਨਿਹਾਰਾਂ। ਤੇ ਬਹੁਤ ਦੂਰ ਤੱਕ ਨਿਗਾਹ ਮਾਰੀ, ਬਹਾਦਰ ਸ਼ਾਹ ਨੇ ਹਾਥੀ ਉੱਪਰ ਬੈਠਿਆਂ ਜੰਗ ਹੀ ਜੰਗ ਹੁੰਦਾ ਨਜ਼ਰ ਆਇਆ। ਦੋਏ ਦਿਸ਼ ਤੇ ਹਮਲੇ ਹੋਏ ਘਣੇ। ਤੇ ਦੋਨਾਂ ਦਿਸ਼ਾਵਾਂ ਤੋਂ ਵੇਖਦਾ ਵੀ ਸੂਰਮੇ ਜਿਹੜੇ ਆਪਣਾ ਤਨ ਤੋੜ ਕੇ ਲੜਦੇ ਆ, ਇੱਕ ਦੂਜੇ ਉੱਪਰ ਜਿੱਤ ਪ੍ਰਾਪਤ ਕਰਨ ਦੀ ਕਰਦੇ ਨੇ। ਸੁਭਟ ਪਰਸ ਪਰ ਅਯੁੱਧ ਕਰਾਂਗੇ। ਇਸ ਤਰ੍ਹਾਂ ਜਿੰਨੇ ਸੂਰਮੇ ਨੇ ਆਪਸ ਵਿੱਚ ਮਿਲ ਮਿਲ ਕੇ ਯੁੱਧ ਕਰਦੇ ਜੰਗ ਮਚਾ ਰਹੇ ਹਨ। ਤਬ ਚਿਤ ਵਿਉ ਚਿਤ ਵੱਡੇ ਲੜਾਂਗੇ। ਔਰ ਉਸ ਵੇਲੇ ਇਹ ਬਹਾਦਰ ਸ਼ਾਹ ਨਾ ਬੰਦੇ ਦੇ ਖਿਆਲ ਪਤਾ ਨਹੀਂ ਕਿਹੜੇ ਵੇਲੇ ਕਿਹੋ ਜਿਹੇ ਫੁਰਨੇ ਬੰਨ ਕਹਿਣ ਲੱਗਾ। ਇਸ ਤਰ੍ਹਾਂ ਜਿਹੜੇ ਸੂਰਮੇ ਬਹੁਤੇ ਲੜਦੇ ਨੇ, ਇਹਦੇ ਮਨ ਅੰਦਰ ਇੱਕ ਫੁਰਨਾ ਬਣਿਆ। ਵਿਜੈ ਭਈ ਗੁਰ ਸਵਾਲ ਕਰਾਂਗੇ। ਔਰ ਕਹਿੰਦਾ ਬਸ ਹੁਣ ਮੇਰੇ ਸੂਰਮੇ ਅੱਗੇ ਵਧਦੇ ਆ ਤੇ ਮਹਾਰਾਜ ਦਾ ਹੁਕਮ ਹੈ ਤੇ ਮੇਰੀ ਵਿਜੇ ਹੋ ਜਾਣੀ ਆ। ਤੇ ਵਿਜੇ ਹੋ ਗਈ ਤੇ ਮੈਂ ਦਿੱਲੀ ਦਾ ਬਾਦਸ਼ਾਹ ਬਣ ਜਾਣਾ ਹੈ। ਫਿਰ ਸਤਿਗੁਰੂ ਨੇ ਕਿਹਾ ਮੈਂ ਇੱਕ ਸਵਾਲ ਕਰਾਂਗਾ। ਮਹਾ ਬਿਕਮ ਤੋਂ ਦਇਓ ਨ ਜਾਈ। ਕਹਿੰਦਾ ਜੇ ਸਤਿਗੁਰੂ ਦਾ ਹੈ ਮੈਂ ਬਾਦਸ਼ਾਹ ਬਣ ਗਿਆ ਨਾ, ਮਨੁੱਖ ਨਾ ਕਈ ਜਿਹੜੇ ਆ ਜਿਵੇਂ ਆਪਣੇ ਮਾਲਵੇ ਦੀ ਕਹਾਵਤ ਹੈ ਨਾ, ਮਨ ਦੇ ਕਢਾ ਕਰਦਾ ਬੜੇ, ਬਈ ਆਹ ਕਰ ਦੂੰ ਵੋ ਕਰ ਦੂੰ। ਬਹਾਦਰ ਸ਼ਾਹ ਭਾਈ ਧਰਮ ਸਿੰਘ ਕੋਲ ਬੈਠਾ, ਅੰਬਾਰੀ ਵਿੱਚ ਬੈਠਾ, ਇਹਦੀ ਫੌਜ ਅੱਗੇ ਵੱਧਦੀ ਜਾ ਰਹੀ ਸੀ। ਇਹਨੇ ਫੁਰਨਾ ਬਣਾ ਲਿਆ, ਕਹਿੰਦਾ ਹੁਣ ਤਾਂ ਬਾਦਸ਼ਾਹ ਬੰਨਾ ਗੁਰੂ ਦਾ ਹੁਕਮ ਹੈ ਤੇ ਫੌਜਾਂ ਮੇਰੀਆਂ ਅੱਗੇ ਵੱਧਦੀਆਂ ਨੇ, ਇਸ ਕਰਕੇ ਕਹਿੰਦੇ ਵੀ ਮੈਂ ਹੁਣ ਰਾਜ ਤਖਤ ਤੇ ਬੈਠਾਂਗਾ। ਤੇ ਸਤਿਗੁਰੂ ਨੇ ਕਿਹਾ ਹੈ ਬਈ ਇੱਕ ਬਚਨ ਤੇਰੇ ਤੋਂ ਲੈਣਾ ਹੈ ਤੇ ਮੰਗ ਉਹ ਸਾਨੂੰ ਦੇਵੇਂ। ਤੇ ਜੇ ਸਤਿਗੁਰੂ ਨੇ ਕੋਈ ਜ਼ਿਆਦਾ ਕਠਿਨ ਹੀ ਚੀਜ਼ ਮੰਗ ਲੈਣਾ ਕੀਤੀ, ਉਹ ਤਾਂ ਮੇਰੇ ਤੋਂ ਦਿੱਤੀ ਨਹੀਂ ਜਾਵੇਗੀ। ਹੋਏ ਸਖਾਣ ਮੈਂ ਦਿਉ ਬਣਾਈ। ਕਹਿੰਦਾ ਜੇ ਕੋਈ ਸੌਖਾ ਜਿਹਾ ਸਵਾਲ ਹੋਇਆ ਤੇ ਮੈਂ ਹੱਲ ਕਰ ਦਿਆਂਗਾ, ਜੇ ਬਹੁਤਾ ਵੱਡਾ ਹੋਇਆ ਤੇ ਉਹਦਾ ਮੈਂ ਟਾਲ ਮਟੋਲਾ ਕਰ ਦਿਆਂਗਾ। ਆਪਣੇ ਮਨ ਹੀ ਮਨ ਅੰਦਰ ਬਹਾਦਰ ਸ਼ਾਹ ਸੋਚਣ ਲੱਗ ਪਿਆ, ਨਾਹੀਂ ਤਾਂ ਟਰ ਹੋਗੇ ਜਬ ਕਹਾਂ। ਤੇ ਜੇ ਨਾ ਮੇਰੇ ਤੋਂ ਜ਼ਿਆਦਾ ਵੱਡਾ ਮਹਿੰਗਾ ਕੋਈ ਸਵਾਲ ਹੋਇਆ, ਵਸਤੂ ਮੰਗੀ, ਤੇ ਫਿਰ ਮੈਂ ਟਾਲ ਮਟੋਲਾ ਜਿਹਾ ਕਰ ਦੇਵਾਂਗਾ ਉਹਨਾਂ ਨੂੰ ਦੇਣ ਤੋਂ। ਇਸ ਪ੍ਰਕਾਰ ਮਨ ਰਨ ਕੋ ਲਹੈ। ਤੇ ਇਸ ਤਰ੍ਹਾਂ ਆਪਣੇ ਮਨ ਅੰਦਰ ਨਾ
ਔਰ ਜਿਹੜਾ ਮਨੁੱਖ ਇਹ ਬਹਾਦਰ ਸ਼ਾਹ ਚਿਤਮਣੀਆਂ ਚਿਤਵਦਾ ਹੈ। ਹਮਲਾ ਭਇਓ ਸੈਨ ਸਮੁਦਾਇਆ। ਜਦੋਂ ਇਹਨੇ ਇਹੋ ਜਿਹਾ ਫੁਰਨਾ ਕੀਤਾ ਨਾ, ਅਗਲੇ ਪਾਸਿਓਂ ਬਹੁਤੀ ਸੈਨਾ ਦਾ ਹਮਲਾ ਹੋ ਗਿਆ। ਸ਼ਾਹ ਬਹਾਦਰ ਸ਼ੋਰ ਪਲਾਇਆ। ਤੇ ਫਿਰ ਜਿਹੜੀ ਸ਼ਾਹ ਬਹਾਦਰ ਦੀ ਬਹਾਦਰ ਸ਼ਾਹ ਦੀ ਫੌਜ ਤੇ ਵਿੱਚੇ ਹੀ ਮੈਦਾਨ ਛੱਡ ਕੇ ਭੱਜ ਉੱਠੇ। ਅਗੋ ਤਾਰੇ ਆਜ਼ਮ ਦੀ ਫੌਜ ਨੇ ਜਦੋਂ ਹਮਲਾ ਕੀਤਾ, ਭਾਜੇ ਸੁਬਟ ਧੀਰ ਨਹਿ ਧਰਈ। ਇਹਦੇ ਸੂਰਮੇ ਜਿੰਨੇ ਸਨ ਬਹਾਦਰ ਸ਼ਾਹ ਦੇ ਔਰ ਪਿਆਰਿਓ ਸਾਰੇ ਦੇ ਸਾਰੇ ਭੱਜ ਉੱਠੇ। ਹੌਸਲਾ ਕੋਈ ਧਰ ਕੇ ਰੁਕਣਾ ਨਹੀਂ ਚਾਹੁੰਦਾ। ਅਧਿਕ ਪ੍ਰਬਲ ਦਲ ਕਇਆ ਰਣ ਕਰਈ। ਤੇ ਬਹੁਤ ਜ਼ਿਆਦੀ ਜਿਹੜੀ ਤਾਕਤ ਦੇ ਨਾਲ ਤਾਰੇ ਆਜ਼ਮ ਦੀ ਫੌਜ ਨੇ ਹਮਲਾ ਕੀਤਾ। ਸੰਧਿਆ ਕੋ ਉਤਰਿਓ ਵਿੱਚ ਡੇਰੇ। ਤੇ ਜਦੋਂ ਇਹ ਭੱਜ ਕੇ ਆਣ ਕੇ ਸਾਰੀਆਂ ਫੌਜਾਂ ਦੇ ਸਮੇਤ ਬਹਾਦਰ ਸ਼ਾਹ ਆਪਣੇ ਟਿਕਾਣੇ ਤੇ ਆ ਕੇ ਉਤਾਰਾ ਕੀਤਾ ਤੇ ਭੱਜੀਆਂ ਖੰਡੀਆਂ ਪੁੰਡੀਆਂ ਫੌਜਾਂ ਵੀ ਉੱਥੇ ਆਈਆਂ। ਸੰਕਟ ਤੇ ਔਰ ਚਿੰਤ ਕਨੇਰੇ। ਹੁਣ ਇਹਦੇ ਮਨ ਅੰਦਰ ਚਿੰਤਾ ਨੇ ਘਰ ਕਰ ਲਿਆ ਬਈ ਜਿਹੜੀਆਂ ਫੌਜਾਂ ਨੇ ਸਾਡੇ ਪੈਰ ਦਖੇੜਤੇ ਨੇ, ਹੁਣ ਜੇ ਸਵੇਰੇ ਰਣ ਤੱਤਾ ਪੈ ਗਿਆ ਤੇ ਸਾਡੀ ਮੌਤ ਨਿਸ਼ਚਿਤ ਹੈ। ਹੁਣ ਇਹ ਬਹਾਦਰ ਸ਼ਾਹ ਚਿੰਤਾ ਦੇ ਵਿੱਚ ਗਰਸਿਆ ਗਿਆ। ਨੰਦ ਲਾਲ ਕੋ ਲੀਨ ਬੁਲਾਏ। ਹੁਣ ਇਹਨੇ ਭਾਈ ਨੰਦ ਲਾਲ ਸਾਹਿਬ ਨੂੰ ਆਪਣੇ ਕੋਲ ਬਹਾਦਰ ਸ਼ਾਹ ਨੇ ਸੱਦ ਲਿਆ। ਕਹਿਓ ਗੁਰੂ ਢਿਗ ਤੂਰਨ ਜਾਏ। ਕਹਿਣ ਲੱਗੇ ਭਾਈ ਨੰਦ ਲਾਲ ਤੂੰ ਜਿੰਨਾ ਵੀ ਛੇਤੀ ਹੁੰਦਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਜਾ। ਪਦਮ ਪਦਮ ਕੋ ਨਮੋ ਕਰੇ ਹੋ। ਤੇ ਜਾ ਕੇ ਮੇਰੇ ਵੱਲੋਂ ਉਹਨਾਂ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰ। ਮੇਰੋ ਸਕਲ ਪ੍ਰਸੰਗ ਸਨੇਹੋ। ਤੇ ਮੇਰੀ ਹਾਰ ਹੋ ਚੱਲੀਏ। ਗੁਰੂ ਗੋਬਿੰਦ ਸਿੰਘ ਸਾਹਿਬ ਮੈਨੂੰ ਰਾਜਾ ਬਣਾਉਣ ਦਾ ਹੁਕਮ ਕੀਤਾ ਹੈ। ਉਹਨਾਂ ਨੂੰ ਕਹਿ ਮੈਂ ਤਾਂ ਮਾਰਿਆ ਚੱਲਿਆ ਹੈ ਔਰ ਇਹ ਮੇਰੀ ਸਾਰੀ ਵਾਰਤਾ ਦੁੱਖ ਭਰੀ ਸੁਣਾਵੋ। ਆਪ ਸੰਗ ਮਮ ਪਿਤਾ ਬਿਗਾਰੀ। ਤੇ ਉਹਨਾਂ ਨੂੰ ਦੱਸਿਓ ਭਈ ਕਿਤੇ ਇਹ ਨਾ ਚਿਤਵਨਾ ਕਿ ਮੇਰੇ ਬਾਪ ਨੇ ਉਹਨਾਂ ਦੇ ਨਾਲ ਲੜਾਈਆਂ ਝਗੜੇ ਕੀਤੇ, ਉਸ ਗੱਲ ਨੂੰ ਨਾ ਚਿਤਾਰਨਾ। ਸੋ ਅਪਰਾਧੀ ਲਿਓ ਵਿਚਾਰੀ। ਤੇ ਜੇ ਮੇਰਾ ਬਾਪ ਅਪਰਾਧੀ ਸੀ ਤੇ ਮੈਨੂੰ ਬਖਸ਼ ਦੇਣ, ਮੇਰੇ ਤੇ ਉਹ ਜਿਹੜਾ ਸ਼ਿਕਵਾ ਨਾ ਕਰਨਾ। ਮੈਂ ਗੁਲਾਮ ਸਮਰਾਵਰ ਕੇਰਾ। ਤੇ ਮੈਂ ਤਾਂ ਹਮੇਸ਼ਾ ਜਿਵੇਂ ਗੁਲਾਮ ਮੁੱਲ ਖਰੀਦਿਆ ਹੁੰਦਾ ਹੈ ਨਾ, ਮੈਂ ਐਉਂ ਗੁਰੂ ਦੇ ਹੁਕਮ ਨੂੰ ਮੰਨਣ ਵਾਸਤੇ ਤਿਆਰ ਹਾਂ। ਤੁਮ ਬਚ ਪਰ ਵਿਸ਼ਵਾਸ ਵਡੇਰਾ। ਤੇ ਸਤਿਗੁਰੂ ਜੀ ਨੂੰ ਭਾਈ ਨੰਦ ਲਾਲ ਜੀ ਕਹਿਆ ਜੇ ਬਹਾਦਰ ਸ਼ਾਹ ਕਹਿੰਦਾ ਵੀ ਮੈਨੂੰ ਸਤਿਗੁਰੂ ਜੀ ਤੁਹਾਡੇ ਬਚਨਾਂ ਉੱਪਰ ਬੜਾ ਭਰੋਸਾ ਹੈ। ਜਿਸ ਕੋ ਸੁਣ ਰਣ ਮੰਡਿਓ ਆਏ। ਤੇ ਮਹਾਰਾਜ ਮੈਂ ਤਾਂ ਤੁਹਾਡੇ ਬਚਨਾਂ ਤੇ ਭਰੋਸਾ ਕਰਕੇ ਇਹ ਯੁੱਧ ਮਚਾਉਣਾ ਕੀਤਾ ਹੈ। ਨਾ ਤਾਂ ਮੈਂ ਕਹਾ ਨਾ ਕੁਛ ਬਣ ਆਏ। ਤੇ ਮਹਾਰਾਜ ਜੇ ਤੁਹਾਡੇ ਬਚਨਾਂ ਤੇ ਮੈਨੂੰ ਭਰੋਸਾ ਨਾ ਹੁੰਦਾ ਇੰਨੀ ਫੌਜ ਦਾ ਮੈਂ ਸਾਹਮਣਾ ਕਿਵੇਂ ਕਰ ਲੈਂਦਾ। ਕਹੂੰ ਪਲਾਏ ਬਲਾਇਤ ਜਾਤ। ਔਰ ਮਹਾਰਾਜ ਫਿਰ ਮੈਂ ਛੱਡ ਕੇ ਕਿਸੇ ਹੋਰ ਵਿਲਾਇਤ ਆਦਿਕ ਦੇਸ਼ਾਂ ਨੂੰ ਨਿਕਲ ਜਾਂਦਾ। ਜੀਵਤ ਸੁਖ ਸੋ ਖਾਨਾ ਖਾਤ। ਤੇ ਮੈਂ ਜਿਉਂਦਾ ਰਹਿੰਦਾ ਜਿੰਦਾ ਰਹਿ ਜਾਂਦਾ ਤੇ ਕਿਤੇ ਭੋਜਨ ਰੋਟੀ ਪਾਣੀ ਮੈਨੂੰ ਮਿਲਦਾ ਰਹਿੰਦਾ। ਤੁਮਰੇ ਕਹੇ ਆਣ ਕਰ ਲਰਿਓ। ਹੇ ਸਤਿਗੁਰੂ ਮਹਾਰਾਜ ਨੂੰ ਭਾਈ ਨੰਦ ਲਾਲ ਜੀ ਬੇਨਤੀ ਕਰਿਆ ਜੇ ਮੈਂ ਉਹਨਾਂ ਦੇ ਹੁਕਮ ਨਾਲ ਇਹ ਯੁੱਧ ਆਰੰਭ ਕੀਤਾ ਹੈ। ਨਾਹਕ ਪਹੁੰਚ ਇਹਾ ਮੈਂ ਪਰਿਓ। ਔਰ ਜੇ ਕਿਤੇ ਔਰ ਸਾਡੇ ਵਾਸਤੇ ਸਤਿਗੁਰੂ ਇੱਥੇ ਮਦਦ ਤੇ ਨਾ ਪਹੁੰਚੇ ਤੇ ਫਿਰ ਮੈਂ ਤਾਂ ਮਰਿਆ ਮਰਾਇਆ ਹੀ ਹਾਂ। ਤੁਮਰੀ ਨਹਿ ਸਹਾਇਤਾ ਪਾਈ। ਸਤਿਗੁਰੂ ਮਹਾਰਾਜ ਜੀ ਨੂੰ ਕਹਿਓ ਮਹਾਰਾਜ ਮੈਂ ਤਾਂ ਮਰਦਾ ਮਰਦਾ ਬਚਿਆ ਆ, ਤੁਹਾਡੀ ਮਦਦ ਨਹੀਂ ਪਿੱਛੋਂ ਸਾਨੂੰ ਪਹੁੰਚੀ। ਹੱਥ ਭਰਾਤਾ ਜੈ ਕਿਮ ਕਰ ਆਈ। ਔਰ ਫਿਰ ਜਦੋਂ ਤੁਹਾਡੀ ਮਦਦ ਹੀ ਨਹੀਂ ਪਹੁੰਚੀ ਤੇ ਮੇਰੇ ਭਰਾ ਤਾਰਾ ਆਜ਼ਮ ਨੂੰ ਕਿਵੇਂ ਤੁਸੀਂ ਮਾਰੋਗੇ। 10 ਗੁਣ ਅਧਿਕ ਮਰਹਿ ਕਿਮ ਮਾਰੇ। ਹੇ ਮਹਾਰਾਜ ਨੂੰ ਜਾ ਕੇ ਕਿਉਂ ਭਾਈ ਨੰਦ ਲਾਲ ਜੀ ਉਹਨਾਂ ਦੀ ਫੌਜ ਤਾਰਾ ਆਜ਼ਮ ਦੀ ਸਾਡੇ ਨਾਲੋਂ 10 ਗੁਣਾ ਜ਼ਿਆਦੀ ਆ ਤੇ ਅਸੀਂ ਕਿਵੇਂ ਉਹਨਾਂ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਬਲ ਨਿਰਬਲ ਔਰ ਸਕਲ ਵਿਚਾਰੇ। ਤੇ ਦੇਖੋ ਅਸੀਂ ਨਿਰਬਲ ਤਾਕਤ ਤੋਂ ਰਹਿਤ, ਉਹ ਬਲ ਵਾਲੇ ਉਹਨਾਂ ਕੋਲ ਤਾਕਤ ਬਹੁਤ ਹੈ ਫੌਜ ਆਦਿ। ਮਾਨਿਓ ਕੇਵਲ ਬਾਕ ਤੁਮਾਰੋ। ਤੇ ਅਸੀਂ ਤਾਂ ਤੁਹਾਡਾ ਬਚਨ ਮੰਨਿਆ ਨਹੀਂ ਤੇ ਨਿਰਬਲ ਥੋੜੀ ਫੌਜ ਜਿਆਦੀ ਫੌਜ ਨਾਲ ਮੁਕਾਬਲਾ ਕਰਨਾ ਕੋਈ ਬਣੀ ਨਹੀਂ ਆਉਂਦਾ। ਬਾਹੁਰ ਨਾ ਹਿਰਦੈ ਕਛੂ ਵਿਚਾਰੋ। ਤੇ ਫਿਰ ਮਹਾਰਾਜ ਨੂੰ ਬੇਨਤੀ ਕਰਿਆ ਜੀ ਮਹਾਰਾਜ ਹਿਰਦੇ ਦੇ ਵਿੱਚ ਕੋਈ ਵਿਚਾਰ ਧਾਰਾ ਨਾ ਕਰੋ, ਤੁਸੀਂ ਮਦਦ ਤੇ ਆਵੋ। ਕਿਉਂ ਨਾ ਕਰਤ ਹੋ ਆਨ ਸਹਾਏ। ਹੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਕਿਉਂ ਨਹੀਂ ਤੁਸੀਂ ਮੇਰੀ ਮਦਦ ਤੇ ਬੌੜ ਰਹੇ। ਤੁਮ ਅਲੰਬ ਨਹਿ ਆਣ ਉਪਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਨੰਦ ਲਾਲ ਜੀ ਕਹਿਆ ਜੇ ਉਹਨਾਂ ਬਗੈਰ ਮੇਰਾ ਆਸਰਾ ਕੋਈ ਨਹੀਂ। ਪਿਤ ਕੋ ਦੋਸ਼ ਨਾ ਮੋਹ ਪਰ ਧਰੀਆ। ਤੇ ਜੇ ਕਿਤੇ ਮੇਰੇ ਪਿਤਾ ਨੇ ਗੁਸਤਾਖੀਆਂ ਕੀਤੀਆਂ ਨੇ ਉਹਦਾ ਦੋਸ਼ ਮੇਰੇ ਤੇ ਨਾ ਧਰਨਾ ਕਰੋ। ਬਿਰਧ ਜਾਨ ਸੁਭ ਰੱਛਾ ਕਰੀਆ। ਮਹਾਰਾਜ ਮੈਂ ਤੁਹਾਡੀ ਸ਼ਰਨ ਪਿਆ ਹੈ ਤੇ ਤੁਸੀਂ ਆਪਣਾ ਬਿਰਧ ਫਰਜ਼
ਜਾਣ ਕੇ ਮੇਰੀ ਰਖਵਾਲੀ ਕਰੋ। ਸੁਣ ਕੈ ਨੰਦ ਲਾਲ ਚੜ ਗਇਓ। ਭਾਈ ਨੰਦ ਲਾਲ ਬਚਨ ਸੁਣ ਕੇ ਘੋੜੇ ਤੇ ਅਸਵਾਰ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਨੂੰ ਚੱਲ ਪਿਆ। ਸੀਗਰ ਪਹੁੰਚ ਗੁਰ ਦਰਸ਼ਨ ਕਇਓ। ਬੜੀ ਤੇਜ਼ੀ ਦੇ ਨਾਲ ਘੋੜਾ ਦੌੜਾਇਆ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਦਰਸ਼ਨ ਕੀਤੋ ਨੇ। ਨਮੋ ਕੀਨ ਬਿਰਤਾਂਤ ਸੁਨਾਇਓ। ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਭਾਈ ਨੰਦ ਲਾਲ ਨੇ ਨਮਸਕਾਰ ਕਰਕੇ ਬਹਾਦਰ ਸ਼ਾਹ ਵਾਲੀ ਗੱਲਬਾਤ ਸਾਰੀ ਦੱਸੀ। ਬਹਾਦਰ ਸ਼ਾਹ ਬਹੁ ਦੁਖ ਪਾਇਓ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਾਦਰ ਸ਼ਾਹ ਬੜਾ ਦੁਖੀ ਹੋ ਰਿਹਾ ਹੈ, ਚਿੰਤਾ ਦਾ ਗਰਸਿਆ ਗਿਆ। ਚਾਹਤ ਆਪ ਕੀ ਅਵਹਿ ਸਹਾਈ। ਮਹਾਰਾਜ ਉਹ ਹੁਣੇ ਆਪ ਦੀ ਮਦਦ ਚਾਹੁੰਦਾ ਹੈ, ਤੁਸੀਂ ਉਹਦੀ ਮਦਦ ਕਰੋ। ਕਰੋ ਕਿਰਪਾ ਦੇਹੋ ਵਿਜੈ ਉਪਾਏ। ਮਹਾਰਾਜ ਆਪ ਕਿਰਪਾ ਕਰੋ, ਬਹਾਦਰ ਸ਼ਾਹ ਨੂੰ ਵਿਜੇ ਦੇਵੋ, ਉਹਨੂੰ ਜਿੱਤ ਦੇਣਾ ਕਰੋ। ਸੁਣ ਸਤਿਗੁਰੂ ਉਚਾਰਨ ਕਰੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਨੰਦ ਲਾਲ ਜੀ ਤੋਂ ਇਹ ਬਹਾਦਰ ਸ਼ਾਹ ਨਾਲ ਜੋ ਵਾਕਿਆਤ ਬੀਤਿਆ ਨਾ ਔਰ ਵਾਪਰਿਆ, ਉਹਨੂੰ ਸਾਰੇ ਨੂੰ ਸੁਣ ਕੇ ਕਹਿਣ ਲੱਗੇ। ਚੜਿਓ ਜੰਗ ਔਰ ਤਿਸਕੇ ਫੁਰੀ। ਕਹਿਣ ਲੱਗੇ ਨੇ ਜੰਗ ਤਾਂ ਉਦੋਂ ਹੀ ਜਿੱਤ ਜਾਣਾ ਸੀਗਾ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਭਾਈ ਨੰਦ ਲਾਲ ਇਹਨੇ ਜੰਗ ਜਿੱਤ ਜਾਣਾ ਸੀ, ਫੌਜਾਂ ਅੱਗੇ ਨੂੰ ਵੱਧਦੀਆਂ ਸਨ, ਤੇ ਜਦੋਂ ਇਹਨੇ ਵੇਖਿਆ ਨਾ ਮੇਰੀਆਂ ਫੌਜਾਂ ਅੱਗੇ ਨੂੰ ਵੱਧਦੀਆਂ ਜਾਂਦੀਆਂ ਨੇ, ਉਦੋਂ ਬਹਾਦਰ ਸ਼ਾਹ ਦੇ ਮਨ ਵਿੱਚ ਫੁਰਨਾ ਬਣਿਆ। ਗੁਰ ਕੋ ਸਵਾਲ ਬਿਖਮਨੈ ਦਹਿੀ। ਤੇ ਇਹਨੇ ਮਨ 'ਚ ਫੁਰਨਾ ਬਣਾ ਲਿਆ ਵੀ ਇੱਕ ਹੀ ਸਵਾਲ, ਅਸੀਂ ਇਹਦੇ ਤੋਂ ਇੱਕ ਬਚਨ ਮੰਗਿਆ। ਇਹਨੇ ਬਣਾ ਲਿਆ ਜੇ ਜ਼ਿਆਦਾ ਕਰੜਾ ਕੋਈ ਹੋਇਆ ਨਾ ਤੇ ਉਹ ਮੈਂ ਨਹੀਂ ਦੇਵਾਂਗਾ। ਉਹੇ ਸੁਗਾਮ ਸੋ ਸੁਣਤ ਕਰਾਂ ਹਾਂ। ਇਹਨੇ ਮਨ ਵਿੱਚ ਫੁਰਨਾ ਬਣਾਇਆ ਸੀ ਕੋਈ ਸੌਖੀ ਜੀ ਚੀਜ਼ ਹੋਈ ਤੇ ਮੈਂ ਦੇ ਦਿਆਂਗਾ, ਕੋਈ ਬਾਤੀ ਵੱਡੀ ਹੋਈ ਨਹੀਂ ਦੇਵਾਂਗਾ। ਜਾਂ ਤੇ ਹੋਤ ਪਰਾਜੈ ਤਾਹੀ। ਮਹਾਰਾਜ ਕਹਿੰਦੇ ਇਸੇ ਕਰਕੇ ਇਹਨੂੰ ਭਾਜਣਾ ਪਈਆਂ ਨੇ। ਜਦੋਂ ਇਹਨੇ ਅੰਦਰੋਂ ਔਰ ਬਚਨ ਕਰਕੇ ਅੰਦਰੋਂ ਖਿਸਕ ਗਿਆ, ਅੰਦਰੋਂ ਬਦਲਾਓ ਕਰ ਲਿਆ ਔਰ ਅੰਦਰੋਂ ਹੀਰਾ ਫੇਰੀ ਤੇ ਉਤਰ ਆਇਆ, ਤਾਂ ਮਹਾਰਾਜ ਬਾਣੀ ਅੰਦਰ ਵੀ ਕਹਿੰਦੇ ਨਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰਤੇ ਇਸ਼ਕ ਖੁਦਾਈ ਰੰਗ ਦੀਦਾਰ ਕੇ, ਜਿਨ ਵਿਸਰਿਆ ਨਾਮ ਤੇ ਭੋਏ ਭਾਰਤੀਏ। ਉਹਦੇ ਮਨ ਵਿੱਚ ਕੁਝ ਹੋਰ ਆ ਗਿਆ ਤੇ ਬਾਹਰੋਂ ਜਿਹੜੀ ਸੀ ਹਾਰ ਹੋਣ ਲੱਗ ਪਈ। ਮਨੁੱਖ ਜਦੋਂ ਕਿਤੇ ਹੀਰਾ ਫੇਰੀ ਜੀ ਅੰਦਰੋਂ ਕਰਦਾ ਹੈ ਨਾ, ਉਦੋਂ ਨੁਕਸਾਨ ਪਾਉਂਦਾ ਹੈ। ਮਹਾਰਾਜ ਕਹਿੰਦੇ ਨੰਦ ਲਾਲ ਜਿੱਤ ਜਾਣਾ ਸੀ ਇਹਨੇ, ਫੌਜਾਂ ਦੀਆਂ ਅੱਗੇ ਵਧਦੀਆਂ ਸੀ, ਪਰ ਇਹਨੇ ਫੁਰਨਾ ਬਣਾ ਲਿਆ ਹੀਰਾ ਫੇਰੀ ਦਾ। ਮੈਂ ਗੁਰੂ ਨੂੰ ਬਚਨ ਕਠਨ ਹੋਇਆ ਤੇ ਨਹੀਂ ਦੇਵਾਂਗਾ, ਸੌਖੀ ਗੱਲ ਕੋਈ ਹੋਈ ਤੇ ਪੂਰੀ ਕਰਾਂਗਾ, ਤਾਂ ਇਹਦੀ ਹਾਲਤ ਹੋਈ। ਡੋਲਿਓ ਸਿਦਕ ਨਾ ਡਿੱਡ ਉਰ ਮਾਹੀ। ਮਹਾਰਾਜ ਕਹਿੰਦੇ ਆਪਣੇ ਬਚਨਾਂ ਤੋਂ ਡੋਲ ਗਿਆ ਤੇ ਇਹਨੇ ਸਿਦਕ ਨਹੀਂ ਪੁਜਾਣਾ ਕੀਤਾ। ਜੇ ਸਾਬਤ ਆਪਣੋ ਮਨ ਕਰੈ। ਮਹਾਰਾਜ ਕਹਿੰਦੇ ਜੇ ਸਾਬਤ ਸਹੀ ਸਲਾਮਤ ਆਪਣੇ ਮਨ ਨੂੰ ਰੱਖੇ, ਤਬ ਸਹਾਇਤਾ ਲੈ ਰਿਪ ਹਰੈ। ਫਿਰ ਮਹਾਰਾਜ ਕਹਿੰਦੇ ਸਾਡੀ ਸਹਾਇਤਾ ਆਵੇਗੀ ਤੇ ਵੈਰੀਆਂ ਤੋਂ ਜੰਗ ਜਿੱਤੇਗਾ। ਹਮਕੋ ਰਹਿਓ ਨਹੀਂ ਇਤਵਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਨੰਦ ਲਾਲ ਦੀਆਂ ਗੱਲਾਂ ਤੇ ਮੈਨੂੰ ਕੋਈ ਯਕੀਨ ਨਹੀਂ ਬਹਾਦਰ ਸ਼ਾਹ ਦੇ, ਔਰ ਇਹ ਜਿਹੜਾ ਹੁਣ ਆਪਣੇ ਹੱਥਾਂ ਨਾਲ ਲਿਖ ਕੇ ਦੇਵੇ, ਫਿਰ ਜੈ ਹੈ ਨਿਜ ਕਾਜ ਸੁਧਾਰ। ਤੇ ਜਦੋਂ ਇਹਦੀ ਅਸੀਂ ਬਿਨਾਂ ਲਿਖਤ ਤੋਂ ਮਦਦ ਕਰ ਦਿੱਤੀ ਹੈ, ਫਿਰ ਇਸ ਤਰ੍ਹਾਂ ਟਪਲਾ ਮਾਰ ਜਾਵੇਗਾ। ਜਾਂ ਤੇ ਅਬ ਲਿਖ ਦੇ ਕਰ ਸੰਗ। ਇਸ ਕਰਕੇ ਭਾਈ ਨੰਦ ਲਾਲ ਸਾਹਿਬ ਜਾ ਕੇ ਉਹਨੂੰ ਕਹੋ ਆਪਣੇ ਹੱਥਾਂ ਨਾਲ ਲਿਖੇ ਕਿ ਜੋ ਮੰਗਣਗੇ ਮੈਂ ਦੇਵਾਂਗਾ। ਇੱਕ ਸਵਾਲ ਮੈਂ ਦੇਹੋ ਅਭੰਗ। ਤੇ ਇੱਕ ਹੀ ਸਵਾਲ ਇਹ ਕਰਾਂਗੇ ਤੇ ਉਹੀ ਜਿਹੜਾ ਹੈ ਬਿਨਾਂ ਦੇਰੀ ਤੋਂ ਸਾਡਾ ਪੂਰਾ ਕਰ ਦੇਵੇ। ਨਿਜ ਮਾਤਲ ਕੋ ਪਠੈ ਇਥਾਏ। ਔਰ ਨਾਲ ਤੇਰੇ ਆਪਣੇ ਮਾਮੇ ਨੂੰ ਵੀ ਭੇਜਣਾ ਕਰੇ। ਲਿਖਤ ਆਪਣੀ ਦੇਹ ਪੁਚਾਏ। ਤੇ ਫਿਰ ਆਪਣੇ ਹੱਥਾਂ ਨਾਲ ਬਹਾਦਰ ਸ਼ਾਹ ਲਿਖ ਕੇ ਕਿ ਜੋ ਸਤਿਗੁਰੂ ਬਚਨ ਮੰਗਣਗੇ ਉਹ ਮੈਂ ਹਰ ਹਾਲਤ ਵਿੱਚ ਪੂਰਾ ਕਰਾਂਗਾ, ਇਹ ਲਿਖਤੀ ਰੂਪ ਵਿੱਚ ਦੇਣਾ ਕਰੇ। ਗੁਰ ਕੀ ਪੁੰਨ ਸਹਾਇਤਾ ਪਾਏ। ਫਿਰ ਸਤਿਗੁਰੂ ਦੇ ਘਰ ਵੱਲੋਂ ਜਿਹੜੀ ਆ ਬਹਾਦਰ ਸ਼ਾਹ ਨੂੰ ਸਹਾਇਤਾ ਮਦਦ ਪਹੁੰਚੇਗੀ। ਲਿਹੋ ਸਲਤਨ 70 ਗਣ ਘਾਏ। ਫਿਰ ਜਿਹੜੀ ਇਹ ਬਾਦਸ਼ਾਹੀ ਸੰਸਾਰ ਦੀ ਇਹਨੂੰ ਪ੍ਰਾਪਤ ਹੋ ਜਾਵੇਗੀ। ਤਾਰਾ ਆਜ਼ਮ ਕੋ ਹਮ ਮਾਰੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹੜੀ ਤਾਰੇ ਆਜ਼ਮ ਦੀ ਗੱਲ ਏ ਅਸੀਂ ਪਹਿਲਾਂ ਵੀ ਕਿਹਾ ਸੀ ਤੇ ਬਹਾਦਰ ਸ਼ਾਹ ਨੂੰ ਹੁਣ ਵੀ ਕਹਿੰਦੇ ਆ, ਤਾਰਾ ਆਜ਼ਮ ਨੂੰ ਅਸੀਂ ਖੁਦ ਮਾਰਾਂਗੇ। ਤਖਤ ਬਹਾਦਰ ਸ਼ਾਹ ਬਿਠਾਰੈ। ਤੇ ਉਹਦੇ ਤਖਤ ਦੇ ਉੱਪਰ ਜਿਹੜੇ ਲੋਕਾਈ ਮਿਲ ਕੇ ਬਹਾਦਰ ਸ਼ਾਹ ਨੂੰ ਉਹਦੇ ਤਖਤ ਤੇ ਬੈਠਦਾ ਕਰਾਂਗੇ। ਪਿੱਛੇ ਤੇ ਕਰ ਪੂਰਨ ਸਵਾਲ। ਤੇ ਜਦੋਂ ਇਹ ਤਖਤ ਤੇ ਬੈਠ ਜਾਵੇਗਾ ਨਾ, ਉਦੋਂ ਸਾਡਾ ਸਵਾਲ ਇਹਨੇ ਹੱਲ ਕਰਨਾ ਹੈ। ਲੱਗੀ ਬਿਲਮ ਜਾਂ ਤੇ ਨੰਦ ਲਾਲ। ਔਰ ਕਹਿੰਦੇ ਭਾਈ ਨੰਦ ਲਾਲ ਅਸੀਂ ਕਿਉਂ ਨਹੀਂ ਪਹੁੰਚੇ, ਸਾਡੀ ਮਦਦ ਕਿਉਂ ਨਹੀਂ ਪਹੁੰਚੀ?
ਇਹਨੇ ਮਨ ਦੇ ਵਿੱਚ ਫੁਰਨੇ ਹੀ ਉਲਟੇ ਛੁਲਟੇ ਕਰ ਲਏ ਸਨ। ਸੁਣ ਕਰ ਹਾਥ ਬੰਦ ਪਦ ਬੰਧੇ। ਉਸ ਵੇਲੇ ਭਾਈ ਨੰਦ ਲਾਲ ਜੀ ਨੇ ਮਹਾਰਾਜ ਦੇ ਬਚਨ ਸੁਣ ਕੇ ਚਰਨਾ ਕਮਲਾਂ ਤੇ ਨਮਸਕਾਰ ਕੀਤੀ। ਸ਼੍ਰੀ ਪ੍ਰਭ ਤੁਮ ਸਭ ਥਾਨ ਬਸੰਤੇ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਨੰਦ ਲਾਲ ਕਹਿੰਦੇ ਤੁਸੀਂ ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਹੋ, ਵਸਦੇ ਹੋ। ਘਟ ਘਟ ਕੇ ਨਿਤੇ ਅੰਤਰ ਜਾਮੀ। ਇਹ ਸਤਿਗੁਰੂ ਮਹਾਰਾਜ ਇਹਨੂੰ ਬਹਾਦਰ ਸ਼ਾਹ ਨੂੰ ਇਹ ਨਹੀਂ ਪਤਾ ਕਿ ਮੇਰੇ ਸਤਿਗੁਰੂ ਜਿਹੜੇ ਨੇ ਇਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਇਹ ਕੇਵਲ ਬਾਹਰੀ ਨਹੀਂ, ਇਹ ਦੂਜੇ ਦੇ ਹਿਰਦੇ ਨੂੰ ਵੀ ਜਾਣਦੇ, ਦੇ ਅੰਦਰ ਕਿਹੋ ਜਿਹੇ ਫੁਰਨੇ ਚੱਲਦੇ ਨੇ। ਕਿਉਂ ਨਾ ਜਾਨੋ ਤਿਸ ਉਰ ਖਾਮੀ। ਫੇਰ ਮਹਾਰਾਜ ਇਹੋ ਜਿਹਾ ਦੇ ਅੰਦਰ ਦੀਆਂ ਖਾਮੀਆਂ ਕਿਉਂ ਨਹੀਂ ਤੁਸੀਂ ਜਾਣੋਗੇ, ਜਾਣਦੇ ਹੋ। ਮੈਂ ਆਛੇ ਅਬ ਕਰ ਤਹਕੀਕ। ਇਹ ਮਹਾਰਾਜ ਸੱਚੇ ਪਾਤਸ਼ਾਹ ਮੈਂ ਉਹ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਤਾੜ ਕੇ ਕਹਾਂਗਾ। ਮੇਟੋ ਤਿਸ ਕੀ ਜੋ ਭਰਮ ਲੀਕ। ਮਹਾਰਾਜ ਉਹਦੇ ਅੰਦਰ ਤਹਿਕੀਕ, ਉਹਨੂੰ ਉਪਦੇਸ਼ ਦੇ ਕੇ ਸਮਝਾ ਕੇ ਉਹਦੇ ਅੰਦਰੋਂ ਭਰਮ ਵਾਲੀ ਜਿਹੜੀ ਲੀਕ ਪੈ ਗਈ ਨਾ ਬਹਾਦਰ ਸ਼ਾਹ ਦੇ ਮਨ 'ਚ, ਉਹਨੂੰ ਮਟਾਵਾਂਗਾ। ਇਮ ਕਹਿ ਤੂਰਨ ਚੜਿਓ ਸਿਧਾਈ। ਇਸ ਤਰ੍ਹਾਂ ਭਾਈ ਨੰਦ ਲਾਲ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬੜੀ ਛੇਤੀ ਨਾਲ ਘੋੜੇ ਤੇ ਅਸਵਾਰ ਹੋਇਆ। ਸੀਗਰ ਪਹੁੰਚਿਓ ਉਤਰਿਓ ਜਾਏ। ਬੜੀ ਛੇਤੀ ਦੇ ਨਾਲ ਮਜਲਾਂ ਨੂੰ ਮਾਰਦਾ ਹੋਇਆ ਬਹਾਦਰ ਸ਼ਾਹ ਦੇ ਕੋਲ ਆ ਪਹੁੰਚਿਆ ਤੇ ਮਿਲਿਆ ਹੈ। ਮਿਲਿਓ ਬਹਾਦਰ ਸ਼ਾਹ ਸੁਨਾਇਓ। ਤੇ ਆ ਕੇ ਬਹਾਦਰ ਸ਼ਾਹ ਦੇ ਨਾਲ ਮਿਲਾਪ ਹੋਇਆ। ਜਿੱਥੇ ਬੈਠਾ ਸੀ ਸਾਰੀ ਗੱਲ ਭਾਈ ਨੰਦ ਲਾਲ ਸੁਣਾਉਣ ਲੱਗੇ। ਕਰਤ ਜੰਗ ਸੰਕਲਪ ਉਠਾਇਓ। ਕਹਿੰਦੇ ਬਹਾਦਰ ਸ਼ਾਹ ਤੂੰ ਜੰਗ ਤਾਂ ਉਦੋਂ ਹੀ ਜਿੱਤ ਜਾਣਾ ਸੀ ਜਦੋਂ ਤੇਰੀਆਂ ਫੌਜਾਂ ਅੱਗੇ ਵੱਧ ਰਹੀਆਂ ਸੀ, ਪਰ ਤੇਰੀ ਬਦਕਿਸਮਤੀ ਜਦੋਂ ਤੂੰ ਦੇਖਿਆ ਹੁਣ ਮੈਂ ਬਾਦਸ਼ਾਹ ਬਣ ਜਾਣਾ, ਤਖਤ ਤੇ ਬੈਠ ਜਾਣਾ, ਤੇ ਕੋਈ ਮਾੜਾ ਮੋਟੀ ਜੀ ਗੱਲ ਹੋਈ ਤੇ ਮੈਂ ਪੂਰੀ ਕਰ ਦਿਆਂਗਾ, ਨਹੀਂ ਤੇ ਟਾਲ ਮਟੋਲਾ ਕਰ ਦਿਆਂਗਾ। ਇਹੋ ਜਿਹਾ ਜਦੋਂ ਤੂੰ ਸੰਕਲਪ ਮਨ ਵਿੱਚ ਉਤਪਨ ਕੀਤਾ, ਬਿਖਮ ਸਵਾਲ ਮੈਂ ਦਹਿਉ ਨਾਹੀ। ਤੂੰ ਮਨ ਵਿੱਚ ਇਹ ਹੈਂਕੜਬਾਜੀ ਨਾਲ ਹੀ ਹਉਮੈ ਕਰ ਲਈ, ਅਜੇ ਤਾਂ ਬਾਦਸ਼ਾਹ ਬਣਿਆ ਨਹੀਂ, ਕਿ ਕੋਈ ਕਰੜੀ ਗੱਲ ਹੋਈ ਤੇ ਮੈਂ ਪੂਰੀ ਨਹੀਂ ਕਰਾਂਗਾ। ਸੋ ਸਭ ਲਖੀ ਪ੍ਰਭੂ ਮਨ ਮਾਹੀ। ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਰੀਰ ਨਾ ਜਾਣ, ਉਹ ਅੰਦਰ ਦੀਆਂ ਜਾਣਨ ਵਾਲੇ, ਉਹਨਾਂ ਉੱਥੋਂ ਬੈਠਿਆਂ ਹੀ ਤੇਰੇ ਮਨ ਦੇ ਫੁਰਨੇ ਨੂੰ ਪੜ ਲਿਆ। ਅਬ ਚਾਹਤ ਗੁਰ ਲਿਖਤ ਤੁਮਾਰੀ। ਹੁਣ ਜੇ ਤੂੰ ਸਤਿਗੁਰੂ ਤੋਂ ਮਦਦ ਚਾਹਣਾ ਹੈ, ਬਾਦਸ਼ਾਹ ਬਣਨਾ ਚਾਹਣਾ ਹੈ, ਆਪਣੇ ਹੱਥੀਂ ਲਿਖ ਕੇ ਪਰਵਾਨਾ ਦੇਣਾ ਕਰ। ਮਾਤੁਲ ਭੇਜੋ ਸੰਗ ਉਚਾਰੀ। ਤੇ ਨਾਲ ਮੇਰੇ ਆਪਣੇ ਮਾਮੇ ਹੁਕਮਰਾਏ ਨੂੰ ਭੇਜਣਾ ਕਰ। ਖਾਤਰ ਜਮਾ ਕਰੋ ਤਿਨ ਕੇਰੀ। ਤੇ ਬੜੇ ਪ੍ਰੇਮ ਦੇ ਨਾਲ ਉਹਨਾਂ ਦਾ ਸਤਿਗੁਰਾਂ ਦਾ ਅਦਬ ਸਤਕਾਰ ਕਰਨਾ ਕਰ। ਬਹੁਰ ਵਿਜੈ ਰਿਪਤੇ ਹੋਏ ਤੇਰੀ। ਜਦੋਂ ਮਨੋਂ ਸਤਿਗੁਰੂ ਦਾ ਅਦਬ ਤੇ ਸਤਕਾਰ ਕਰੇਗਾ ਨਾ, ਉਦੋਂ ਤੇਰੀ ਵਿਜੈ ਹੋਣੀ, ਉਦੋਂ ਚੜ੍ਹਦੀ ਕਲਾ ਹੋਣੀ ਹੈ। ਸੁਣ ਕੈ ਸ਼ਾਹ ਹਿਰਦੈ ਬਸਮਾਦਾ। ਤੇ ਜਦੋਂ ਇਹ ਗੱਲ ਸੁਣੀ ਕਿ ਮੈਂ ਤਾਂ ਫੁਰਨਾ ਲਾਗੇ ਭਾਈ ਧਰਮ ਸਿੰਘ ਨੂੰ ਬੈਠੇ ਨੂੰ ਵੀ ਨਹੀਂ ਦੱਸਿਆ, ਮਨ ਹੀ ਮਨ ਵਿੱਚ ਸੋਚਿਆ ਸੀ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉੱਥੇ ਬੈਠੇ ਨੇ, ਮੇਰੇ ਅੰਦਰ ਦੀ ਗੱਲ ਜਾਣ ਲਈ ਇਹ ਬੜਾ ਹੈਰਾਨ ਬਹਾਦਰ ਸ਼ਾਹ ਹੋਇਆ। ਸਮਰੱਥ ਗੁਰੂ ਕੋ ਲਖ ਅਹਲਾਤਾ। ਹੁਣ ਇਹਨੇ ਬਹਾਦਰ ਸ਼ਾਹ ਨੇ ਜਾਣ ਲਿਆ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸਮਰੱਥ ਨੇ, ਤੇ ਉਹ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਪਹੁੰਚਦੇ। ਮਹਾਰਾਜ ਵੀ ਕਹਿੰਦੇ ਨਾ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ, ਉਥੇ ਤੂੰ ਰਖਵਾਲੀ ਕਰਦਾ ਹੈ। ਮਨ ਕੀ ਜਾਣ ਲਈ ਸਭ ਬਾਤ। ਤੇ ਬਹਾਦਰ ਸ਼ਾਹ ਕਹਿੰਦੇ ਮੇਰੇ ਮਨ ਦੀ ਅੰਦਰ ਦੀ ਗੱਲ ਬਾਤ ਸਾਰੀ ਸਤਿਗੁਰੂ ਨੇ ਜਾਣ ਲਈ। ਆਪ ਸੁਹਾਏ ਹੋਏ ਹੈ ਦਾਤ। ਹੁਣ ਸਤਿਗੁਰੂ ਮਹਾਰਾਜ ਇਹ ਮੇਰੀ ਸਹਾਇਤਾ ਕਰਨਗੇ, ਕਿਰਪਾ ਕਰੋ ਮੇਰੇ ਤੇ। ਨਿਜ ਕਰ ਕੀ ਤਬ ਲਿਖਤ ਪਠਾਈ। ਉਸ ਵੇਲੇ ਨੇ ਜਲਦੀ ਦੇ ਨਾਲ ਲਿਖ ਦਿੱਤਾ, ਮਹਾਰਾਜ ਜੋ ਬਚਨ ਕਹੋਗੇ ਮੈਂ ਉਹ ਮੰਨਣਾ ਕਰਾਂਗਾ। ਇੱਕ ਸਵਾਲ ਮੈਂ ਦਿਓ ਬਣਾਈ। ਮਹਾਰਾਜ ਜਿਹੜਾ ਵੀ ਸਵਾਲ ਤੁਸੀਂ ਕਹੋਗੇ ਮੈਂ ਉਹ ਕਰ ਦੇਵਾਂਗਾ। ਹਾਕਮ ਰਾਏ ਪਠਿਓ ਅਰ ਮਾਤੁਲ। ਤੇ ਭਾਈ ਨੰਦ ਲਾਲ ਦੇ ਨਾਲ ਆਪਣਾ ਮਾਮਾ ਹਾਕਮ ਰਾਏ ਨਾਲ ਭੇਜਣਾ ਕੀਤਾ, ਪੱਤਰਕਾ ਲੈ ਕੇ ਸਤਿਗੁਰੂ ਕੋਲ ਫੇਰ ਬਹੁਤ ਤੇਜ਼ੀ ਨਾਲ ਗਏ। ਕਹਿ ਬੇਨਤੀ ਬਖਸ਼ੋ ਜਨਤਾ। ਤੇ ਜਾ ਕੇ ਮਹਾਰਾਜ ਜੀ ਨੂੰ ਬੇਨਤੀ ਕਰੋ ਕਿ ਮਹਾਰਾਜ ਮੇਰੀ ਖਤਾ ਭੁੱਲ ਜਿਹੜੀ ਉਹ ਮੈਨੂੰ ਬਖਸ਼ੋ। ਬੇਗਬੰਤ ਬਾਹਨ ਚੜ ਗਏ। ਇਸ ਤਰ੍ਹਾਂ ਬੜੀ ਤੇਜ਼ੀ ਦੇ ਨਾਲ ਭਾਈ ਨੰਦ ਲਾਲ ਤੇ ਹਾਕਮ ਰਾਏ ਜਿਹੜੇ ਨੇ ਘੋੜਿਆਂ ਤੇ ਅਸਵਾਰ ਹੋ ਕੇ ਤੁਰ ਪਏ। ਗੁਰਟਿਕ ਆਏ ਸ਼ੀਗਰ ਦਰਸਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਬੜੀ ਛੇਤੀ ਆਏ ਤੇ ਆ ਕੇ ਸਾਹਿਬ ਜੀ ਦਾ ਦਰਸ਼ਨ ਕੀਤਾ। ਬੰਧਨ ਕਰ ਪੁਲ ਸਕਲ ਸੁਨਾਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਭਾਈ ਨੰਦ ਲਾਲ ਸਾਹਿਬ ਨੇ ਨਮਸਕਾਰ ਕੀਤੀ, ਹਾਕਮ ਰਾਏ ਨੇ ਕੀਤੀ, ਸਾਰੀ ਵਾਰਤਾ ਦੱਸੀ ਹੈ। ਬਖਸ਼ੋ ਭੂਲ ਤੁਮੇ ਬਣ ਆਈ। ਹੇ ਮਹਾਰਾਜ ਆਪ ਤਾਂ ਅਭੁੱਲੋਂ ਭੁੱਲਣ ਅੰਦਰ ਸਭ ਕੋ ਆ ਭੁੱਲ, ਗੁਰੂ ਕਰਤਾਰ ਜੀਵ ਭੁੱਲਣ ਹਾਰੇ। ਮਹਾਰਾਜ ਤੁਸੀਂ ਖਿਮਾ ਕਰੋ। ਮੋਹਰ ਆਪਣੀ ਦਈ ਲਗਾਏ। ਔਰ ਮਹਾਰਾਜ ਆ ਦੇਖੋ ਪੱਤਰਕਾ ਦੇ ਉੱਪਰ ਬਹਾਦਰ ਸ਼ਾਹ ਨੇ ਆਪਣੀ ਮੋਹਰ ਲਾ ਕੇ
ਇਹ ਲਿਖ ਦਿੱਤਾ ਹੈ ਕਿ ਜੋ ਤੁਸੀਂ ਹੁਕਮ ਕਰੋਗੇ ਤੁਹਾਡਾ ਇੱਕ ਬਚਨ ਦੀ ਮੈਂ ਪਾਲਣਾ ਕਰਾਂਗਾ। ਇਸ ਮੈਂ ਸੰਸਾ ਕੋਈ ਨ ਪਾਏ। ਹੁਣ ਮਹਾਰਾਜ ਇਹਦੇ ਵਿੱਚ ਕੋਈ ਸ਼ੰਕੇ ਵਾਲੀ ਗੱਲ ਨਹੀਂ ਰਹਿ ਗਈ। ਜਾਨ ਗੁਲਾਮ ਸਹਾਇ ਕਰੀਜੈ। ਇਸ ਕਰਕੇ ਮਹਾਰਾਜ ਬੇਨਤੀ ਕੀਤੀ, ਬਹਾਦਰ ਸ਼ਾਹ ਨੇ ਮੈਨੂੰ ਆਪਣਾ ਗੁਲਾਮ ਸੇਵਕ ਜਾਣ ਕੇ ਮੇਰੀ ਰਖਵਾਲੀ ਕਰੋ। ਵਿਜੈ ਕਿਰਪਾ ਤਰ ਸਲਤਨ ਦੀਜੈ। ਮਹਾਰਾਜ ਜਿਹੜੀ ਬਾਦਸ਼ਾਹਤ ਦੀ ਤਖਤ ਦੀ ਹੈ ਨਾ, ਉਹ ਮੈਨੂੰ ਵਿਜੇ ਬਖਸ਼ੋ, ਜਿੱਤ ਬਖਸ਼ਣਾ ਕਰੋ ਯੁੱਧ ਵਿੱਚ। ਦੇਖ ਦੀਨ ਨਿਜ ਬਿਰਦ ਸੰਭਾਰਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਣਿਆ, ਹੁਣ ਅੰਦਰੋਂ ਢਲਿਆ ਹੋਇਆ, ਇਹਨੂੰ ਸਮਝ ਆ ਗਈ। ਮਹਾਰਾਜ ਨੇ ਆਪਣਾ ਫਰਜ਼ ਦੀ ਪਾਲਣਾ ਕੀਤੀ। ਹਿਤ ਧੀਰਜ ਕੇ ਬਾਕ ਉਚਾਰਾ। ਮਹਾਰਾਜ ਸੱਚੇ ਪਾਤਸ਼ਾਹ ਦੇ ਹੌਸਲਾ ਫਜ਼ਾਈ ਕਰਨ ਵਾਸਤੇ ਬਚਨ ਕਹਿਣ ਲੱਗੇ। ਆਪ ਤੁਮ ਜਾਹੋ ਚੜਾਵੋ ਸ਼ਾਹੂ। ਕਹਿਣ ਲੱਗੇ ਭਾਈ ਨੰਦ ਲਾਲ ਹੁਣ ਤੁਸੀਂ ਜਾਓ, ਜਾ ਕੇ ਬਹਾਦਰ ਸ਼ਾਹ ਨੂੰ ਜੰਗ ਦੇ ਵਿੱਚ ਸਾਹਮਣੇ ਕਰੋ। ਹਮ ਦਰਸ਼ਨ ਦੇ ਹੈ ਰਣ ਮਾਹੂ। ਤੇ ਬਹਾਦਰ ਸ਼ਾਹ ਨੂੰ ਆਖਿਓ ਕਿਸੇ ਗੱਲ ਦੀ ਸ਼ੰਕਾ ਨਾ ਕਰੇ, ਨਿਸ਼ੰਕ ਹੋ ਕੇ ਯੁੱਧ ਕਰੇ। ਅਸੀਂ ਉਹਨੂੰ ਰਣ ਤੱਤੇ ਦੇ ਵਿੱਚ ਦਰਸ਼ਨ ਦੇਵਾਂਗੇ, ਮਿਲਾਂਗੇ। ਮਾਰਾ ਆਜ਼ਮ ਕੋ ਹਮ ਮਾਰੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਕਰ ਨਾ ਕਰੇ, ਇਹ ਫੌਜਾਂ ਦੇ ਨਾਲ ਲੜੇ ਤਕੜਾ ਹੋ ਕੇ ਤਾਰੇ ਆਜ਼ਮ ਦਾ ਸਾਹਮਣਾ ਅਸੀਂ ਆਪ ਕਰਾਂਗੇ, ਉਹਨੂੰ ਮਾਰਾਂਗੇ। ਕੁਸ਼ ਉਮਰਾਵ ਸਮੇਤ ਬੇਦਾਰੈ। ਮਹਾਰਾਜ ਕਹਿੰਦੇ ਕੱਲਾ ਤਾਰਾ ਆਜ਼ਮ ਹੀ ਨਹੀਂ, ਨਾਲ ਉਹਦੇ ਲਾਗੇ ਤੇੜੇ ਵਾਲੇ ਜਿਹੜਾ ਆਲਾ ਦਾਲਾ ਹੋਇਆ ਉਹਦਾ ਵੀ ਸਾਫ ਸਫਾਈਆ ਕਰ ਦੇਵਾਂਗੇ, ਖਾਤਮਾ ਕਰਾਂਗੇ। ਜਬ ਕੁਛ ਚਿੰਨ ਲਖੋ ਇਸ ਰੀਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁਝ ਇਸ ਤਰ੍ਹਾਂ ਦੀਆਂ ਜਦੋਂ ਨਿਸ਼ਾਨੀਆਂ ਹੋਵਨ, ਹਟੋ ਲਰਨ ਤੇ ਹੋਏ ਨਿਰਭੀ। ਮਹਾਰਾਜ ਕਹਿੰਦੇ ਜਦੋਂ ਇਸ ਤਰ੍ਹਾਂ ਦੀਆਂ ਕੁਝ ਨਿਸ਼ਾਨੀਆਂ ਤੈਨੂੰ ਨਜ਼ਰ ਆਉਣ ਨਾ, ਬਹਾਦਰ ਸ਼ਾਹ ਨੂੰ ਕਿਹਾ ਜੇ ਉਦੋਂ ਲੜਨ ਤੋਂ ਉਹ ਪਿੱਛੇ ਨੂੰ ਹਟ ਜਾਵੇ। ਜੁਗ ਭਰਾਤਾ ਕੋ ਅਬ ਕੇ ਜਾਵੋ। ਔਰ ਕਹੋ ਕਿ ਦੋਨੇ ਭਰਾ ਜਿਹੜੇ ਨੇ ਆਪਣੇ ਆਮੋ ਸਾਹਮਣਾ ਹੋਣਾ ਕਰਨ, ਰਣ ਮੁਕਾਬਲਾ ਭਲੇ ਕਰਾਵੋ। ਤੇ ਦੋਵੇਂ ਭਰਾ ਜਿਹੜੇ ਨੇ ਯੁੱਧ ਜਿਹੜਾ ਹੈ ਸੈਨਾ ਤੋਂ ਆਮੋ ਸਾਹਮਣਾ ਕਰਵਾਉਣਾ ਕਰਨ। ਤਾਰਾ ਆਜ਼ਮ ਮਰੋ ਲਖੀਜੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੰਦ ਲਾਲ ਜਾਓ, ਜਾ ਕੇ ਕਹਿ ਦਿਓ ਔਰ ਬਹਾਦਰ ਸ਼ਾਹ ਨੂੰ ਬਸ ਤਾਰਾ ਆਜ਼ਮ ਉਹਦਾ ਵੱਡਾ ਭਰਾ ਜਿਹਦੇ ਕੋਲ 22 ਲੱਖ ਦੀ ਫੌਜ ਆ ਨਾ, ਉਹ ਮਰਿਆ ਹੀ ਜਾਣ ਲਵੇ। ਨਿਰਭੈ ਨਿਚਿੰਤ ਜੰਗ ਕੋ ਕੀਜੈ। ਤੇ ਯਾਰ ਬਹਾਦਰ ਸ਼ਾਹ ਨੂੰ ਕਹੋ ਡਰ ਤੋਂ ਰਹਿ ਤੋ ਕੇ ਚਿੰਤਾ ਨੂੰ ਛੱਡ ਕੇ ਯੁੱਧ ਮਚਾ। ਨਹਿ ਕਾਇਰ ਹੋਏ ਸੁੱਕ ਚੋਹ ਤਹਾਂ। ਔਰ ਕੈਰਾਂ ਦੀ ਤਰ੍ਹਾਂ ਸੰਕੋਚ ਨਾ ਕਰ। ਕੈਰ ਬੁੱਝ ਦਿਲ ਜਿਹੜੇ ਹੁੰਦੇ ਆ ਜੰਗ ਨੂੰ ਵੇਖ ਕੇ ਭੱਜਦੇ ਹੁੰਦੇ ਨੇ, ਤੇ ਜਿਹੜੇ ਸੂਰਮੇ ਹੁੰਦੇ ਆ ਨਾ ਔਰ ਉਹਨਾਂ ਦੇ ਮਨ ਅੰਦਰ ਚਾਉ ਉੱਠਦਾ ਹੈ ਸੂਰਮਿਆਂ ਦੀ ਤਰ੍ਹਾਂ ਜੰਗ ਕਰ। ਧਰ ਉਤਸ਼ਾਹ ਪਿੱਖੋ ਰਣ ਮਹਾ। ਤੇ ਬੜੇ ਉਤਸ਼ਾਹ ਦੇ ਨਾਲ ਯੁੱਧ ਨੂੰ ਜਾ ਕੇ ਦੇਖਣਾ ਕਰ। ਸੁਣ ਕੈ ਸਤਿਗੁਰ ਕੇ ਬਚੇ ਆਛੇ। ਇਸ ਤਰ੍ਹਾਂ ਬਚਨ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਤੋਂ ਸੁਣੇ, ਕਰ ਅਬ ਬੰਧਨ ਚਲਬੋ ਬਾਛੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉੱਥੋਂ ਹੀ ਨਮਸਕਾਰ ਕੀਤੀ। ਲਿਖਤ ਪ੍ਰਭੂ ਕੇ ਆਗੇ ਧਰੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਈ ਜਿਹੜੀ ਪੱਤਰਕਾ ਲੈ ਕੇ ਆਇਆ ਸੀ ਨਾ ਭਾਈ ਨੰਦ ਲਾਲ, ਉਹ ਜਿਹੜੀ ਸਤਿਗੁਰੂ ਦੇ ਕੋਲ ਰੱਖ ਦਿੱਤੀ। ਚੜ ਕਰ ਚਾਲੇ ਤੂਰਨ ਕਰੀ। ਬੜੀ ਤੇਜ਼ੀ ਦੇ ਨਾਲ ਇਧਰੋਂ ਭਾਈ ਨੰਦ ਲਾਲ ਤੇ ਔਰ ਹੁਕਮ ਰਾਏ ਸਤਿਗੁਰੂ ਤੋਂ ਚੱਲ ਪਏ ਨੇ ਔਰ ਬਹਾਦਰ ਸ਼ਾਹ ਵੱਲ ਨੂੰ। ਉਲੰਘ ਪੰਥ ਚੰਬਲ ਤਟ ਆਏ। ਔਰ ਚਲਦੇ ਚਲਦੇ ਮਜਲਾ ਨੂੰ ਮਾਰਦੇ ਹੋਏ ਚੰਬਲ ਨਦੀ ਦੇ ਕਿਨਾਰੇ ਆ ਪਹੁੰਚੇ ਨੇ। ਮਿਲੇ ਸ਼ਾਹ ਸੰਗ ਸਕਲ ਸੁਨਾਏ। ਆ ਕੇ ਬਹਾਦਰ ਸ਼ਾਹ ਨੂੰ ਮਿਲੇ ਨੇ ਤੇ ਸਾਰੀ ਗੱਲ ਸੁਣਾਈ ਹੈ। ਹੋਤ ਪ੍ਰਾਤ ਕੇ ਸੰਸੈ ਤਿਆਗੋ। ਔਰ ਕਹਿਣ ਲੱਗੇ ਬਹਾਦਰ ਸ਼ਾਹ ਸਤਿਗੁਰੂ ਨੇ ਕਹਿ ਦਿੱਤਾ ਇਹ ਦਿਨ ਚੜ੍ਹਦਿਆਂ ਨਾਲ ਮਨ ਦੇ ਸ਼ੰਕੇ ਸਾਰੇ ਛੱਡ ਦੇ, ਕਰ ਮੁਕਾਬਲਾ ਲਰਬੇ ਲਾਗੋ। ਔਰ ਮਨ ਦੇ ਅੰਦਰ ਭਰੋਸਾ ਕਰਕੇ ਆਪਣੇ ਭਰਾ ਦਾ ਮੁਕਾਬਲਾ ਕਰ, ਯੁੱਧ ਦੇ ਵਿੱਚ ਉਤਰ। ਮਿੱਥਿਆ ਹੋਏ ਨਾ ਗੁਰ ਕੋ ਕਹਿਓ। ਭਾਈ ਨੰਦ ਲਾਲ ਸਾਹਿਬ ਕਹਿੰਦੇ ਆ ਬਹਾਦਰ ਸ਼ਾਹ ਮੈਂ ਭਰੋਸਾ ਕਰਕੇ ਤੈਨੂੰ ਕਹਿਣਾ ਹੈ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿ ਦਿੱਤਾ ਹੈ ਨਾ ਉਹ ਹੋ ਗਿਆ ਜਾਣ, ਔਰ ਕਦੇ ਵੀ ਉਹਨੂੰ ਮਿੱਥਿਆ ਨਾ ਜਾਣਨਾ ਕਰ। ਆਪ ਤੋਂ ਪਤਾ ਭਲਾ ਤੁਮ ਲਹਿਓ। ਤੇ ਅਬ ਤੋਂ ਕਹਿੰਦੇ ਹੁਣ ਤਾਂ ਇਹ ਤੂੰ ਜਿਹੜਾ ਭਰੋਸਾ ਵੀ ਤੈਨੂੰ ਆ ਗਿਆ ਕਿ ਗੁਰੂ ਅੰਦਰ ਦੀਆਂ ਜਾਣਨ ਵਾਲਾ ਹੈ, ਤੇਰੇ ਅੰਦਰ ਦੀ ਗੱਲ ਨੂੰ ਬਹਾਦਰ ਸ਼ਾਹ ਗੁਰੂ ਨੇ ਜਾਣ ਲਿਆ ਹੈ, ਤੇ ਤੂੰ ਹੁਣ ਦਿਨ ਚੜ੍ਹਦਿਆਂ ਸਾਰ ਔਰ ਰਣ ਤੱਤੇ ਦੇ ਵਿੱਚ ਜੂਝਣਾ ਕਰ। ਇਹ ਭਾਈ ਨੰਦ ਲਾਲ ਸਾਹਿਬ ਪਹੁੰਚ ਗਏ ਨੇ, ਤੇ ਜਿਵੇਂ ਹੁਣ ਬਹਾਦਰ ਸ਼ਾਹ ਅੱਗੇ ਰਣ ਤੱਤੇ ਵਿੱਚ ਜੂਝਦਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਵੇਂ ਤਾਰਾ ਆਜ਼ਮ ਨੂੰ ਮਾਰਦੇ ਨੇ, ਉਹ ਕੀ ਨਿਸ਼ਾਨੀਆਂ ਨੇ, ਕਿਸ ਤਰ੍ਹਾਂ ਇਹਨਾਂ ਦਾ ਵੱਧ ਹੁੰਦਾ ਹੈ, ਕਿਵੇਂ ਇਹ ਬਹਾਦਰ ਸ਼ਾਹ ਬਾਦਸ਼ਾਹ
ਦੇ ਤਖਤ ਉੱਪਰ ਬੈਠਦਾ ਹੈ, ਉਹ ਕੀ ਸਵਾਲ ਹੈ ਜਿਹੜਾ ਮਹਾਰਾਜ ਨੇ ਕਰਨਾ ਹੈ, ਇਹ ਸਾਰੇ ਆਪਾਂ ਅੱਗੇ ਦੇ ਇਤਿਹਾਸ ਅੰਦਰ ਪੜ੍ਹਨ ਸੁਣਨ ਦਾ ਯਤਨ ਕਰਾਂਗੇ। ਅੱਜ ਦਾ ਇਤਿਹਾਸ ਮੇਰੇ ਮਾਲਕ ਦਾ ਵਾਚਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਤਿਗੁਰੂ ਤੇ ਆਪ ਸਤਿਗੁਰੂ ਕੀ ਸੰਗਤ ਸਮਰੱਥ ਹੋ, क्योंकि विच संगत हर प्रभ वसे जियो। मैं तो केवल पढ़ पढ़ा के आप दे समक्ष विचार रखना है, और तुहाडी मेहर होवे, गुरु गोबिंद सिंह साहब दी मेहर होवे तां ही, और उहदी मेहर तो बगैर एक बोल बोलिया नहीं जाता। जिन्नी क सतगुरु ते आप मत बुद्ध बख्शदे हो, उन्नी क पढ़ पढ़ा के विचार मेरे मालक दी तुहाडी समक्ष रखी। गुरु के बचन जान, इनू हिरदियां च वसाया जे, ते गुरु दे बचनां ते भरोसा करके गुरु नाल जुड़ जाया जे, गुरु वाले हो जाया जे। उस साहिबे कमाल सतगुरु गुरु गोबिंद सिंह महाराज का आगमन पुरबे ते 26 तरीक नूं सवेरे 8 बजे इत्थों नगर कीर्तन की रवानगी होनी आ, और गुरु दे गुण गाने ते गुरु दे समागम विच शिरकत करनी चलना है, और किसी बंदे दे नहीं। ये गुरु का कारज है, और गुरु के कारजां विच चलना है, और ना ही एक मनुख किसी नूं सददा है। इत्थे कोई सद्दिया होया नहीं आउंदा, इत्थे तुसीं आप गुरु दे प्यार दे खिच्चे आउणे हो, ते गुरु दे लई आउणे हो, ते गुरु दे गुण गायन करने ने, गुरु दीयां गल्लां करनियां। वो दाता रहमत करे सानू अमृत दी दात बख्शे। और 28 तरीक नूं खंडे बाटे दा अमृत तैयार होना है, ते 30 सिंह ਸਿੰਘਣੀਆਂ ਦੇ नाम ਜਿਹੜੇ ने दास कोल आ गए ने, जिन्हां ने गुरु के बाटे दे पौ लैनी है, गुरु नाल जुड़ना है, जिन्हां ने गुरु दे नाल और गुरु के खालसे सजन वास्ते नाम लिखा दिते, उन्हां दी गिनती है। और साडे परिवार दी गिनती है, जिहड़ा साडा सिख परिवार है ना, ਉਹਦੇ 'ਚ साडे परिवार 'ਚ ਜਿਹੜੇ 30 ने दाखल होना है ना, उन्हां दी गिनती होर। और कोई ये ना समझ लिया जे बई शायद गिनती करके जां लिस्ट बनाउणी, नहीं। असी किहड़ा गुरमुखों वोटां 'च खलोना है बई इन्ने साडे वल होणगे। साडा मतलब है ये नहीं पता अज इत्थे कथा करने कल नूं और बदली दा आर्डर किधर नूं आ जाना है। गुरु की संगतों गुरु नाल जुड़ जाओ, नशियां तो बच जाओ, खंडे बाटे दी पौ लाओ, होर कोई मतलब नहीं जाएगा। और गुरमत दे धारनी होवो। और नौजवानों नूं खास बेनती, गुरु वाले बनो, दस्तारे सजाओ, दाड़े केस रखो, और प्यारिओ सज वज के शस्त्रधारी होके तुरो, ते पता लग्या गुरु का खालसा जांदा है, ये गुरु का सिंह जांदा है। फिर गल बनेगी। वो खंडे बाटे दी पौल जिहड़ी 28 तरीक नूं और तैयार होवेगी। ककार गुरु घर वालों दिते जाने आ, सारी संगत ने संजोग करना। जिहड़े पड़ावां ते, कई पड़ावां ते जिहड़ा है बई उच्चा नीवा थां है, जिस तरह गरेवालां दे महल्ले दे विच हैगा है, उत्थों दी संगत आउंदी, मैं उन्होंने सनिमर हथ बन के बेनती करांगा। असीं भी यतन करांगे उत्थे उच्चे नीवें टोए जे बने खड्डे, ते उस गवाड़ दी जिहड़ी संगत है ना, असीं अपने गवाड़ दे पड़ा दी सफाई कर सकने हैं, उन्नी क मिट्टी भी पा सकने हैं। और महाराज ने तां साडे लई परिवार वारता, खून वारता, और घर उजाड़ता, सब कुछ करता, असी एक पड़ा ते मिट्टी ना पा सकीए। और असी भी यतन करांगे गुरु घर वालों। और जेड़े जेड़े पड़ावां ते किते है, वो पड़ावां वाली संगत आप वेख के उहदी सफाई और टोए टिब्बे आसे पासे, जे किते रूड़ी आ उन्होंने भी आसे पासे करके गुरु साहब ने साडे घर दर्शन देन आउणा है। गुरु साहब दे नाल पता नहीं किन्ने क शहीद और किन्नियां क वो आत्मावां ने, और सानू नवाजना है, साडे ते मेहर करनी। असी गुरु दा अदब ते सत्कार करना है। 29 दसंबर नूं श्री अखंड पाठ साहिबां दे भोग दीवान सजणगे, गुरु के लंगर जिहड़े चलणगे। आप सारी संगत ने और साहब दे समागमां विच शिरकत करनी। आओ पावन पंक्तियां पढ़ के समाप्ति करिए। मिथ्या होए न गुर को कहियो, अब तो पता भला तुम लहियो। वाहिगुरु जी का खालसा, वाहिगुरु जी की फतेह। तू